स्टार्ट। बिहार ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਬਹੁਤ ਮਜ਼ੇਦਾਰ ਨੇਤਾ ਹਨ। ਡੰਡੀ ਉਹ ਕਈ ਅਜਿਹੇ ਚੰਗੇ ਕੰਮ ਕਰ ਦਿੰਦੇ ਹਨ ਜਿਨ੍ਹਾਂ ਨੂੰ ਕਰਨ ਤੋਂ ਬਹੁਤ ਸਾਰੇ ਨੇਤਾ ਡਰਦੇ ਰਹਿੰਦੇ ਹਨ। ਡੰਡੀ ਆਪਣੇ ਦੇਸ਼ 'ਚ ਕਿੰਨੇ ਮੁੱਖ ਮੰਤਰੀ ਹਨ ਜੋ ਜਨਤਾ ਦਰਬਾਰ ਲਾਉਣ ਦੀ ਹਿੰਮਤ ਰੱਖਦੇ ਹਨ। ਡੰਡੀ ਆਮ ਆਦਮੀ ਦਾ ਤਾਂ ਉਹਨਾਂ ਨੂੰ ਮਿਲਣਾ ਹੀ ਔਖਾ ਹੁੰਦਾ ਹੈ। ਡੰਡੀ ਉਹਨਾਂ ਦਾ ਟੈਲੀਫੋਨ ਆਪਰੇਟਰ ਅਤੇ ਨਿੱਜੀ ਸਕੱਤਰ ਹੀ ਵਧੇਰੇ ਲੋਕਾਂ ਨੂੰ ਟਰਕਾ ਦਿੰਦੇ ਹਨ। ਪਰ ਇੱਕ ਜ਼ਮਾਨਾ ਸੀ ਜਦੋਂ ਇੰਦਰਾ ਗਾਂਧੀ, ਚੌਧਰੀ ਚਰਨ ਸਿੰਘ, ਚੰਦਰ ਸ਼ੇਖਰ, ਵਿਸ਼ਵਨਾਥ ਪ੍ਰਤਾਪ ਸਿੰਘ ਅਤੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਨਿਵਾਸ ਵਿਖੇ ਅਕਸਰ ਜਨਤਾ ਦਰਬਾਰ ਲਾਉਂਦੇ ਸਨ। ਡੰਡੀ ਕੋਈ ਵੀ ਨਾਗਰਿਕ ਉੱਥੇ ਪਹੁੰਚ ਕੇ ਆਪਣੇ ਦਿਲ ਦਾ ਦਰਦ ਬਿਆਨ ਕਰ ਦਿੰਦਾ ਸੀ। ਡੰਡੀ ਨਾ ਸਿਰਫ ਉਸ ਦੀ ਸ਼ਿਕਾਇਤ ਨੂੰ ਧਿਆਨ ਨਾਲ ਸੁਣਿਆ ਜਾਂਦਾ ਸੀ ਸਗੋਂ ਉਸ ਦੇ ਹੱਲ ਲਈ ਹੁਕਮ ਵੀ ਤੁਰੰਤ ਜਾਰੀ ਕੀਤੇ ਜਾਂਦੇ ਸਨ। ਡੰਡੀ ਕੱਲ੍ਹ ਪਟਨਾ ਵਿਖੇ ਨਤੀਸ਼ ਦੇ ਜਨਤਾ ਦਰਬਾਰ 'ਚ ਅਜਿਹੇ ਕਈ ਕਿੱਸੇ ਸਾਹਮਣੇ ਆਏ। ਡੰਡੀ ਕੁਝ ਨਾਗਰਿਕਾਂ ਨੇ ਕਿਹਾ ਕਿ ਅਫਸਰਾਂ ਨੇ ਸਾਡੇ ਕੋਲੋਂ ਰਿਸ਼ਵਤਾਂ ਮੰਗੀਆਂ ਅਤੇ ਜਦੋਂ ਅਸੀਂ ਕਿਹਾ ਕਿ ਇਹ ਗੱਲ ਅਸੀਂ ਮੁੱਖ ਮੰਤਰੀ ਨੂੰ ਦੱਸਾਂਗੇ ਤਾਂ ਅਫਸਰਾਂ ਨੇ ਕਿਹਾ ਕਿ ਜਾਓ ਜਿਸ ਨੂੰ ਮਰਜ਼ੀ ਕਹੋ, ਇੱਥੇ ਤਾਂ ਪੈਸਾ ਰੱਖੋ ਅਤੇ ਕੰਮ ਕਰਵਾਓ। ਡੰਡੀ ਨਤੀਸ਼ ਨੇ ਆਪਣੀ ਸਰਕਾਰ ਦੇ ਮੁੱਖ ਸਕੱਤਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਅਜਿਹੇ ਸਭ ਮਾਮਲਿਆਂ 'ਚ ਤੁਰੰਤ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਡੰਡੀ ਲਗਭਗ 3 ਸਾਲ ਪਹਿਲਾਂ ਪਟਨਾ 'ਚ ਨਤੀਸ਼ ਜੀ ਨੂੰ ਮੈਂ ਕਿਹਾ, ਭਾਈ ਸਾਹਿਬ ਤੁਸੀਂ ਪੂਰੇ ਬਿਹਾਰ 'ਚ ਸ਼ਰਾਬਬੰਦੀ ਲਾਗੂ ਕਰ ਦਿੱਤੀ ਪਰ ਪਟਨਾ ਦੇ 5 ਸਿਤਾਰਾ ਹੋਟਲ 'ਚ ਸ਼ਰਾਬ ਪਿਆਈ ਜਾ ਰਹੀ ਹੈ। ਡੰਡੀ ਹੁਣ ਗਰੀਬ ਪੇਂਡੂ ਲੋਕ ਲੁੱਟੇ ਜਾਣਗੇ ਅਤੇ ਮਹਿੰਗੀ ਸ਼ਰਾਬ ਪੀਣ ਲਈ ਪਟਨਾ ਆਉਣਗੇ। ਡੰਡੀ ਉਹਨਾਂ ਤੁਰੰਤ ਹੁਕਮ ਦੇ ਕੇ ਪਟਨਾ 'ਚ ਵੀ ਸ਼ਰਾਬਬੰਦੀ ਲਾਗੂ ਕਰਵਾ ਦਿੱਤੀ। ਡੰਡੀ ਇਸੇ ਤਰ੍ਹਾਂ ਜਦੋਂ ਉਹ ਰੇਲ ਮੰਤਰੀ ਸਨ ਤਾਂ ਉਹਨਾਂ ਮੇਰੇ ਸੁਝਾਅ 'ਤੇ ਰੇਲ ਦੇ ਹਰ ਕੰਮ 'ਚ ਹਿੰਦੀ ਨੂੰ ਪਹਿਲਾਂ ਅਤੇ ਅੰਗਰੇਜ਼ੀ ਨੂੰ ਪਿੱਛੋਂ ਕਰ ਦਿੱਤਾ। ਡੰਡੀ ਪਰਾਂ ਇਸੇ ਤਰ੍ਹਾਂ ਪੱਤਰਕਾਰਾਂ ਵੱਲੋਂ ਪੁੱਛਣ 'ਤੇ ਉਹਨਾਂ ਪੈਗਾਸਸ ਜਾਸੂਸੀ 'ਤੇ ਵੀ ਅਜਿਹੀ ਗੱਲ ਕਹਿ ਦਿੱਤੀ ਜਿਸ 'ਤੇ ਭਾਜਪਾ ਗੱਠਜੋੜ ਦੇ ਸਭ ਨੇਤਾ ਚੁੱਪ ਹਨ। ਡੰਡੀ ਉਹਨਾਂ ਕਿਹਾ ਕਿ ਇਸ ਮੁੱਦੇ 'ਤੇ ਸੰਸਦ 'ਚ ਬਹਿਸ ਕਿਉਂ ਨਾ ਹੋਵੇ। ਪ੍ਰਸ਼ਨ ਚਿੰਨ੍ਹ ਉਹਨਾਂ ਟੈਲੀਫੋਨੀ ਜਾਸੂਸੀ 'ਤੇ ਆਪਣੀ ਗੱਲ ਇਸ ਅਦਾ ਨਾਲ ਕਹੀ ਜਿਵੇਂ ਸੂਬਿਆਂ 'ਚ ਅਜਿਹੀ ਕੋਈ ਜਾਸੂਸੀ ਹੁੰਦੀ ਹੀ ਨਹੀਂ ਹੈ। ਡੰਡੀ ਉਹ ਸਾਂਝੀ ਸੰਸਥੀ ਕਮੇਟੀ ਦੀ ਛਾਣਬੀਨ ਨੂੰ ਵੀ ਟਾਲ ਗਏ ਪਰ ਉਹਨਾਂ ਦੇ ਇਹ ਕਹਿਣ ਦੇ ਕਈ ਅਰਥ ਲਏ ਜਾ ਰਹੇ ਹਨ। ਡੰਡੀ ਕੁਝ ਲੋਕਾਂ ਦੀ ਰਾਏ ਹੈ ਕਿ ਨਤੀਸ਼ ਹੁਣ ਕਿਤੇ ਵਿਰੋਧੀ ਧਿਰ ਨਾਲ ਹੱਥ ਮਿਲਾਉਣ ਦੀ ਤਿਆਰੀ ਤਾਂ ਨਹੀਂ ਕਰ ਰਹੇ। ਪ੍ਰਸ਼ਨ ਚਿੰਨ੍ਹ ਉਹਨਾਂ ਨੂੰ ਪਾਸਾ ਪਲਟਣ 'ਚ ਰੱਤੀ ਭਰ ਵੀ ਦੇਰ ਨਹੀਂ ਲੱਗਦੀ। ਡੰਡੀ ਉਹ ਕਦੋਂ ਕਿਸ ਨਾਲ ਹੋ ਜਾਣ ਕੁਝ ਪਤਾ ਨਹੀਂ। ਡੰਡੀ ਉਹਨਾਂ ਦੀ ਸਭ ਨਾਲ ਬਣ ਜਾਂਦੀ ਹੈ। ਡੰਡੀ ਉਹਨਾਂ ਦੀ ਜਾਤੀ ਮਰਦਮਸ਼ੁਮਾਰੀ ਦੀ ਮੰਗ ਵੀ ਇਹੀ ਅਰਥ ਕੱਢਿਆ ਜਾ ਰਿਹਾ ਹੈ ਕਿ ਉਹ ਦੇਸ਼ ਦੇ ਸਭ ਅਨੁਸੂਚਿਤ ਅਤੇ ਪਛੜੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਨ। ਡੰਡੀ ਉਹਨਾਂ ਦੇ ਇਸੇ ਤੇਵਰ ਦੀ ਵਿਆਖਿਆ ਕਰਦੇ ਹੋਏ ਕੁਝ ਲੋਕ ਉਹਨਾਂ ਨੂੰ ਅਗਲਾ ਪ੍ਰਧਾਨ ਮੰਤਰੀ
ਐਲਾਨੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਡੰਡੀ। ਚੰਗਾ ਹੋਇਆ ਕਿ ਨਤੀਸ਼ ਨੇ ਇਸ ਕੋਰੀ ਕਲਪਨਾ ਦਾ ਖੰਡਨ ਕਰ ਦਿੱਤਾ, ਨਹੀਂ ਤਾਂ ਬਿਹਾਰ 'ਚ ਉਹਨਾਂ ਦਾ ਮੁੱਖ ਮੰਤਰੀ ਦਾ ਅਹੁਦਾ ਵੀ ਖਟਾਈ 'ਚ ਪੈ ਸਕਦਾ ਸੀ। ਡੰਡੀ। ਸਟਾਰਟ। ਜੂਨ ਮਹੀਨੇ ਦੇ ਅੰਤ 'ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਰਾਸ਼ਟਰੀ ਮੰਚ ਦੇ ਸੰਸਥਾਪਕ ਯਸ਼ਵੰਤ ਸਿਨਹਾ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਦੇਸ਼ ਦੇ ਸਿਆਸੀ ਘਟਨਾ ਚੱਕਰ ਅਤੇ ਗੈਰ ਰਸਮੀ ਚਰਚਾ ਕਰਨ ਲਈ NCP ਦੇ ਮੁਖੀ ਸ਼ਰਦ ਪਵਾਰ ਦੇ ਨਵੀਂ ਦਿੱਲੀ ਸਥਿਤ ਨਿਵਾਸ ਵਿਖੇ ਸੱਦਿਆ। ਡੰਡੀ। ਹਾਲਾਂਕਿ ਇਸ 'ਚ ਹਿੱਸਾ ਲੈਣ ਲਈ ਕਾਂਗਰਸ ਦੇ 5 ਆਗੂਆਂ ਨੂੰ ਵੀ ਸੱਦਿਆ ਗਿਆ ਸੀ, ਪਰ ਕੁਝ ਕਾਰਨਾਂ ਕਾਰਨ ਉਹ ਬੈਠਕ 'ਚ ਸ਼ਾਮਲ ਨਹੀਂ ਹੋ ਸਕੇ। ਡੰਡੀ। 26 ਜੁਲਾਈ ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ 5 ਦਿਨਾਂ ਦੇ ਦਿੱਲੀ ਦੌਰੇ 'ਤੇ ਆਈ, ਜਿਸ ਦੌਰਾਨ ਉਹ ਵਿਰੋਧੀ ਪਾਰਟੀਆਂ ਦੇ ਆਗੂਆਂ ਸੋਨੀਆ ਗਾਂਧੀ, ਅਰਵਿੰਦ ਕੇਜਰੀਵਾਲ ਅਤੇ DMK ਦੇ ਕਨਮੋਝੇ ਆਦਿ ਨੂੰ ਮਿਲੀ। ਡੰਡੀ। ਆਪਣਾ ਦੌਰਾ ਸਫਲ ਹੋਣ ਦਾ ਦਾਅਵਾ ਕਰਦੇ ਹੋਏ ਮਮਤਾ ਨੇ ਕਿਹਾ ਕਿ ਲੋਕਾਂ 'ਚ ਮੋਦੀ ਸਰਕਾਰ ਪ੍ਰਤੀ ਬਹੁਤ ਰੋਸ ਹੈ ਅਤੇ ਇਸ ਨੂੰ ਉਸੇ ਤਰ੍ਹਾਂ ਲੋਕਾਂ ਦੇ ਗੁੱਸੇ ਦੇ ਨਤੀਜੇ ਭੁਗਤਣੇ ਹੋਣਗੇ ਜਿਸ ਤਰ੍ਹਾਂ 1977 'ਚ ਇੰਦਰਾ ਸਰਕਾਰ, 1980 'ਚ ਜਨਤਾ ਪਾਰਟੀ ਅਤੇ 1999 'ਚ ਰਾਜੀਵ ਗਾਂਧੀ ਦੀ ਸਰਕਾਰ ਨੂੰ ਭੁਗਤਣੇ ਪਏ ਸਨ। ਡੰਡੀ। ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਭਾਵੇਂ ਕੋਈ ਵੀ ਇਸ ਮੋਰਚੇ ਦੀ ਅਗਵਾਈ ਕਰੇ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਡੰਡੀ। ਉਹ ਤਾਂ ਵਰਕਰ ਰਹਿ ਕੇ ਹੀ ਖੁਸ਼ ਹਨ। ਡੰਡੀ। ਪਰਾ। 27 ਜੁਲਾਈ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਵਿਰੋਧੀ ਪਾਰਟੀਆਂ ਦਾ ਇੱਕ ਤੀਜਾ ਮੋਰਚਾ ਗਠਿਤ ਕਰਨ ਦੀ ਇੱਛਾ ਪ੍ਰਗਟ ਕਰਦੇ ਹੋਏ ਦਾਅਵਾ ਕੀਤਾ ਕਿ ਜੇ ਇੱਕ ਮਜ਼ਬੂਤ ਤੀਜਾ ਮੋਰਚਾ ਕਾਇਮ ਹੋ ਜਾਵੇ ਤਾਂ ਭਾਜਪਾ ਦੀ ਗੱਠਜੋੜ ਸਰਕਾਰ ਦੀ ਹਮਾਇਤ ਕਰਨ ਵਾਲੀਆਂ ਕਈ ਪਾਰਟੀਆਂ ਇਸ ਨੂੰ ਛੱਡ ਜਾਣਗੀਆਂ, ਜਿਸ ਕਾਰਨ ਅਖੀਰ ਦੇਸ਼ 'ਚ ਮੱਧਕਾਲੀ ਚੋਣਾਂ ਕਰਵਾਉਣੀਆਂ ਪੈਣਗੀਆਂ। ਡੰਡੀ। ਇਸੇ ਲੜੀ 'ਚ 1 ਅਗਸਤ ਨੂੰ ਓਮ ਪ੍ਰਕਾਸ਼ ਚੌਟਾਲਾ ਦੇ ਗੁਰੂਗ੍ਰਾਮ ਸਥਿਤ ਨਿਵਾਸ 'ਤੇ ਨਤੀਸ਼ ਕੁਮਾਰ ਦੀ ਭੋਜ ਵਾਰਤਾ ਹੋਈ, ਜਿਸ 'ਚ ਜਨਤਾ ਦਲ ਯੂ ਦੇ ਨੇਤਾ KC ਤਿਆਗੀ ਵੀ ਮੌਜੂਦ ਸਨ। ਡੰਡੀ। ਚਰਚਾ ਹੈ ਕਿ ਚੌਟਾਲਾ ਚਾਹੁੰਦੇ ਹਨ ਕਿ ਇਸ ਮੋਰਚੇ ਦੀ ਅਗਵਾਈ ਨਤੀਸ਼ ਕਰਨ, ਪਰ ਉਹਨਾਂ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ। ਡੰਡੀ। ਇਸ ਮੁਲਾਕਾਤ ਦੇ ਅਗਲੇ ਹੀ ਦਿਨ 2 ਅਗਸਤ ਨੂੰ ਨਤੀਸ਼ ਕੁਮਾਰ ਨੇ ਪੈਗਾਸਸ ਜਾਸੂਸੀ ਮਾਮਲੇ 'ਚ ਕੇਂਦਰ ਸਰਕਾਰ ਨੂੰ ਘੇਰ ਰਹੀਆਂ ਵਿਰੋਧੀ ਪਾਰਟੀਆਂ ਦੇ ਸੁਰ 'ਚ ਸੁਰ ਮਿਲਾਉਂਦੇ ਹੋਏ ਕਿਹਾ ਕਿ ਪੈਗਾਸਸ ਕੇਸ ਦੀ ਯਕੀਨੀ ਤੌਰ 'ਤੇ ਜਾਂਚ ਹੋਣੀ ਚਾਹੀਦੀ ਹੈ। ਡੰਡੀ। 2 ਅਗਸਤ ਨੂੰ ਹੀ ਦਿੱਲੀ 'ਚ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਅਤੇ ਸਪਾ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦਰਮਿਆਨ ਮੁਲਾਕਾਤ ਹੋਈ, ਜਿਸ 'ਚ ਉਹਨਾਂ ਆਪਸੀ ਹਾਲ ਚਾਲ ਪੁੱਛਣ ਤੋਂ ਇਲਾਵਾ ਖੇਤ ਖਲਿਆਣ, ਗੈਰ ਬਰਾਬਰੀ, ਅਸਿੱਖਿਆ, ਕਿਸਾਨਾਂ, ਗਰੀਬਾਂ ਅਤੇ ਬੇਰੁਜ਼ਗਾਰਾਂ ਲਈ ਚਿੰਤਾ ਪ੍ਰਗਟ ਕੀਤੀ। ਡੰਡੀ। 3
ਅਗਸਤ ਨੂੰ ਪੈਗਾਸਸ ਜਾਸੂਸੀ ਕਾਂਡ ਅਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਸੰਸਦ ਦੇ ਦੋਵਾਂ ਹਾਊਸਾਂ 'ਚ ਜਾਰੀ ਡੈਡਲਾਕ ਦਰਮਿਆਨ ਰਾਹੁਲ ਗਾਂਧੀ ਨੇ ਕੰਸਟੀਟਿਊਸ਼ਨਲ ਕਲੱਬ 'ਚ ਵਿਰੋਧੀ ਪਾਰਟੀਆਂ ਦੇ 17 ਆਗੂਆਂ ਨੂੰ ਚਾਹ 'ਤੇ ਸੱਦਿਆ, ਜਿਸ 'ਚ ਤ੍ਰਿਣਮੂਲ ਕਾਂਗਰਸ, ਸਪਾ, ਸ਼ਿਵ ਸੈਨਾ, ਰਕੰਪਾ, ਰਾਜਦ ਆਦਿ 15 ਪਾਰਟੀਆਂ ਦੇ ਨੇਤਾ ਸ਼ਾਮਲ ਹੋਏ, ਜਿਨ੍ਹਾਂ ਨੇ ਮੋਦੀ ਸਰਕਾਰ ਨੂੰ ਘੇਰਨ ਦੀ ਰਣਨੀਤੀ ਸੰਬੰਧੀ ਮੰਥਨ ਕੀਤਾ। ਡੰਡੀ ਬੈਠਕ 'ਚ ਹੋਰਨਾਂ ਗੱਲਾਂ ਤੋਂ ਇਲਾਵਾ ਰਾਹੁਲ ਗਾਂਧੀ ਨੇ ਆਗੂਆਂ ਨੂੰ ਸੰਸਦ ਤੱਕ ਸਾਈਕਲ ਮਾਰਚ ਕਰਨ ਦਾ ਸੱਦਾ ਵੀ ਦਿੱਤਾ, ਜਿਸ ਪਿੱਛੇ ਏਕਤਾ ਦਿਖਾਉਣ ਲਈ ਵਿਰੋਧੀ ਨੇਤਾ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਖਾਣ ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ ਦੇ ਵਿਰੋਧ ਵਿੱਚ ਰਾਹੁਲ ਗਾਂਧੀ ਨਾਲ ਸਾਈਕਲ ਚਲਾ ਕੇ ਸੰਸਦ ਪੁੱਜੇ। ਡੰਡੀ ਹਾਲਾਂਕਿ ਵਿਰੋਧੀ ਪਾਰਟੀਆਂ ਦੀ ਏਕਤਾ ਦੇ ਯਤਨ ਅਜੇ ਸ਼ੁਰੂਆਤੀ ਦੌਰ 'ਚ ਹਨ, ਪਰ ਇਸ ਦੀ ਸਫਲਤਾ ਲਈ ਯਤਨ ਕਰ ਰਹੇ ਆਗੂਆਂ ਨੂੰ ਕਾਂਗਰਸ ਦੇ ਨੇਤਾ ਐਮ ਵੀਰੱਪਾ ਮੋਇਲੀ ਦੀ ਇਹ ਚੇਤਾਵਨੀ ਯਾਦ ਰੱਖਣੀ ਚਾਹੀਦੀ ਹੈ ਕਿ ਸਿਰਫ ਨਰਿੰਦਰ ਮੋਦੀ ਵਿਰੁੱਧ ਏਜੰਡੇ ਨਾਲ ਵਿਰੋਧੀ ਪਾਰਟੀਆਂ ਨੂੰ ਭਾਜਪਾ ਦਾ ਮੁਕਾਬਲਾ ਕਰਨ 'ਚ ਮਦਦ ਨਹੀਂ ਮਿਲੇਗੀ। ਡੰਡੀ ਇਸ ਲਈ ਸਿਆਸੀ ਪਾਰਟੀਆਂ ਨੂੰ ਆਪਸ 'ਚ ਮਿਲ ਕੇ ਕੰਮ ਕਰਨ ਲਈ ਇੱਕ ਸਾਂਝਾ ਘੱਟੋ ਘੱਟ ਪ੍ਰੋਗਰਾਮ ਪੇਸ਼ ਕਰਨਾ ਚਾਹੀਦਾ ਹੈ। ਡੰਡੀ ਵਿਰੋਧੀ ਪਾਰਟੀਆਂ ਨੂੰ ਅਜੇ ਲੀਡਰਸ਼ਿਪ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਜੇ ਇਹ ਪਾਰਟੀਆਂ ਇਸੇ ਗੱਲ 'ਤੇ ਚਰਚਾ ਕਰਦੀਆਂ ਰਹਿਣਗੀਆਂ ਕਿ ਕਿਸ ਨੇਤਾ ਜਾਂ ਸਿਆਸੀ ਸੰਗਠਨ ਨੂੰ ਇਸ ਸਮੇਂ ਇਸ ਦੀ ਅਗਵਾਈ ਕਰਨੀ ਚਾਹੀਦੀ ਹੈ, ਤਾਂ ਅਜਿਹਾ ਮੋਰਚਾ ਸਫਲ ਨਹੀਂ ਹੋਵੇਗਾ। ਡੰਡੀ ਸਿਆਸੀ ਦਰਸ਼ਕ ਇਸ ਤਰ੍ਹਾਂ ਦੀ ਕਵਾਇਦ ਦੇ ਭਾਵੇਂ ਜੋ ਵੀ ਅਰਥ ਲਗਾਉਣ, ਪਰ ਸੱਚਾਈ ਇਹੀ ਹੈ ਕਿ ਕਿਸੇ ਵੀ ਸਿਹਤਮੰਦ ਲੋਕ ਰਾਜ 'ਚ ਮਜ਼ਬੂਤ ਸੱਤਾ ਧਿਰ ਅਤੇ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਇੱਕ ਮਜ਼ਬੂਤ ਅਤੇ ਇੱਕ ਮੁੱਠ ਵਿਰੋਧੀ ਧਿਰ ਹੀ ਸੱਤਾ ਧਿਰ ਨੂੰ ਤਾਨਾਸ਼ਾਹ ਹੋਣ ਤੋਂ ਰੋਕ ਸਕਦੀ ਹੈ। ਡੰਡੀ ਇਸ ਪੱਖੋਂ ਵੱਖ-ਵੱਖ ਵਿਰੋਧੀ ਪਾਰਟੀਆਂ ਵੱਲੋਂ ਏਕਤਾ ਦੇ ਯਤਨ ਠੀਕ ਹਨ, ਪਰ ਵਿਰੋਧੀ ਏਕਤਾ ਲਈ ਉਹਨਾਂ ਨੂੰ ਨਿੱਜੀ ਇੱਛਾਵਾਂ ਦਾ ਤਿਆਗ ਕਰਨਾ ਹੋਵੇਗਾ, ਅਤੇ ਜੇ ਦੇਸ਼ 'ਚ ਵਿਰੋਧੀ ਪਾਰਟੀਆਂ ਨੂੰ ਮਿਲਾ ਕੇ ਕੋਈ ਸਾਂਝਾ ਮੋਰਚਾ ਬਣ ਜਾਂਦਾ ਹੈ ਤਾਂ ਇਸ ਨਾਲ ਦੇਸ਼ ਅਤੇ ਲੋਕ ਰਾਜ ਦੋਵਾਂ ਦਾ ਹੀ ਭਲਾ ਹੋਵੇਗਾ। ਡੰਡੀ ਹਰੇਕ ਵੱਡੀ ਤਬਦੀਲੀ ਇੱਕ ਇਨਕਲਾਬੀ ਕਦਮ ਨਾਲ ਆਰੰਭ ਹੁੰਦੀ ਹੈ। ਡੰਡੀ 8 ਰਾਜਾਂ ਦੇ 14 ਇੰਜੀਨੀਅਰਿੰਗ ਕਾਲਜਾਂ ਵੱਲੋਂ ਨਵੇਂ ਅਕਾਦਮਿਕ ਵਰ੍ਹੇ ਤੋਂ ਆਪਣੀਆਂ ਚੋਣਵੀਆਂ ਸ਼ਾਖਾਵਾਂ 'ਚ ਖੇਤਰੀ ਭਾਸ਼ਾਵਾਂ 'ਚ ਕੋਰਸ ਕਰਵਾਉਣ ਦਾ ਹਾਲੀਆ ਫੈਸਲਾ ਦੇਸ਼ ਦੇ ਅਕਾਦਮਿਕ ਖੇਤਰ ਵਿੱਚ ਇੱਕ ਇਤਿਹਾਸਕ ਛਣ ਹੈ, ਜਿਸ ਉੱਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਨਿਰਭਰ ਹੋਵੇਗਾ। ਡੰਡੀ ਇਸ ਦੇ ਨਾਲ ਹੈ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਦਿਆਂ 11 ਖੇਤਰੀ ਭਾਸ਼ਾਵਾਂ ਵਿੱਚ B.Tech ਪ੍ਰੋਗਰਾਮਾਂ ਦੀ ਇਜਾਜ਼ਤ ਦੇਣਾ ਬੇਹੱਦ ਅਹਿਮ ਹੈ। ਡੰਡੀ ਇਸ ਇਤਿਹਾਸਕ ਕਦਮ ਨੇ ਹਿੰਦੀ, ਮਰਾਠੀ, ਤਾਮਿਲ, ਤੇਲਗੂ, ਕੰਨੜ, ਗੁਜਰਾਤੀ, ਮਲਿਆਲਮ, ਬੰਗਲਾ, ਅਸਮੀਆ,
ਪੰਜਾਬੀ ਤੇ ਉੜੀਆ ਭਾਸ਼ਾਵਾਂ ਵਿੱਚ ਬੀਟੈਕ ਕੋਰਸਾਂ ਦੇ ਵਿਦਿਆਰਥੀਆਂ ਲਈ ਮੌਕਿਆਂ ਦਾ ਇੱਕ ਸਮੁੱਚਾ ਵਿਸ਼ਵ ਪੱਧਰੀ ਦਰ ਖੋਲ੍ਹ ਦਿੱਤਾ ਹੈ। ਡੰਡੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਿੱਖਿਆ ਨੀਤੀ ਦੀ ਪਹਿਲੀ ਵਰ੍ਹੇਗੰਢ ਮੌਕੇ ਆਪਣੇ ਸੰਬੋਧਨ 'ਚ ਇਸ ਕਦਮ ਦੀ ਸ਼ਲਾਘਾ ਕਰਦਿਆਂ ਇਹ ਨੁਕਤਾ ਉਠਾਇਆ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਵੱਲੋਂ ਪੜ੍ਹਾਈ ਦਾ ਮਾਧਿਅਮ ਮਾਂ ਬੋਲੀ 'ਚ ਹੋਣ ਉੱਤੇ ਜ਼ੋਰ ਦੇਣ ਨਾਲ ਗਰੀਬ ਦਿਹਾਤੀ ਤੇ ਕਬਾਇਲੀ ਪਿਛੋਕੜ ਵਾਲੇ ਵਿਦਿਆਰਥੀ ਆਤਮ ਵਿਸ਼ਵਾਸ ਨਾਲ ਭਰਪੂਰ ਹੋਣਗੇ। ਡੰਡੀ ਉਹਨਾਂ ਮਹੱਤਵਪੂਰਨ ਢੰਗ ਨਾਲ ਇਹ ਵੀ ਕਿਹਾ ਕਿ ਪ੍ਰਾਇਮਰੀ ਸਿੱਖਿਆ 'ਚ ਵੀ ਮਾਂ ਬੋਲੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਸੰਬੰਧੀ ਮੁੱਖ ਸੰਚਾਲਕਾਂ ਵਿੱਚੋਂ ਇੱਕ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਦਾ ਜ਼ਿਕਰ ਕੀਤਾ, ਜਿਸ ਨੂੰ ਇਸੇ ਮੌਕੇ ਲਾਂਚ ਕੀਤਾ ਗਿਆ ਸੀ। ਡੰਡੀ ਦਿਲਚਸਪ ਗੱਲ ਇਹ ਵੀ ਹੈ ਕਿ ਇਸੇ ਵਰ੍ਹੇ ਫਰਵਰੀ ਮਹੀਨੇ ਵੱਲੋਂ 83,000 ਵਿਦਿਆਰਥੀਆਂ 'ਤੇ ਕਰਵਾਏ ਗਏ ਇੱਕ ਸਰਵੇਖਣ 'ਚ ਲਗਭਗ 44% ਵਿਦਿਆਰਥੀਆਂ ਨੇ ਆਪਣੀ ਮਾਂ ਬੋਲੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਦੇ ਹੱਕ ਵਿੱਚ ਵੋਟ ਪਾਈ ਸੀ ਅਤੇ ਤਕਨੀਕੀ ਸਿੱਖਿਆ ਦੀ ਅਹਿਮ ਜ਼ਰੂਰਤ ਨੂੰ ਉਜਾਗਰ ਕੀਤਾ ਸੀ। ਡੰਡੀ ਪੈਰਾ ਪ੍ਰਗਤੀਸ਼ੀਲ ਤੇ ਦੂਰਦ੍ਰਿਸ਼ਟੀ ਨਾਲ ਭਰਪੂਰ ਰਾਸ਼ਟਰੀ ਸਿੱਖਿਆ ਨੀਤੀ 2020 ਪ੍ਰਾਇਮਰੀ ਸਕੂਲ ਦੇ ਪੱਧਰ ਤੋਂ ਹੀ ਬੱਚੇ ਦੀ ਮਾਂ ਬੋਲੀ ਵਿੱਚ ਸਿੱਖਿਆ ਨੂੰ ਤਰਜੀਹ ਦਿੰਦੀ ਹੈ। ਡੰਡੀ ਇਸ ਨਾਲ ਬੱਚੀ ਦੇ ਸਿੱਖਿਆ ਦੇ ਨਤੀਜਿਆਂ ਵਿੱਚ ਸੁਧਾਰ ਹੋਵੇਗਾ ਅਤੇ ਉਸ ਦੀ ਸੂਝ-ਬੂਝ ਦਾ ਵਿਕਾਸ ਇਸ ਉੱਤੇ ਹੀ ਨਿਰਭਰ ਕਰੇਗਾ। ਡੰਡੀ ਅਨੇਕ ਅਧਿਐਨਾਂ ਨੇ ਸਿੱਧ ਕੀਤਾ ਹੈ ਕਿ ਜਿਹੜੇ ਬੱਚੇ ਆਪਣੇ ਮੁੱਢਲੇ ਅਤੇ ਬੁਨਿਆਦੀ ਸਾਲਾਂ ਵਿੱਚ ਆਪਣੀ ਮਾਂ ਬੋਲੀ ਸਿੱਖਦੇ ਹਨ, ਉਹਨਾਂ ਦੀ ਕਾਰਗੁਜ਼ਾਰੀ ਉਹਨਾਂ ਬੱਚਿਆਂ ਦੇ ਮੁਕਾਬਲੇ ਬਿਹਤਰ ਹੁੰਦੀ ਹੈ ਜਿਹੜੇ ਕਿਸੇ ਵਿਦੇਸ਼ੀ ਜਾਂ ਹੋਰ ਭਾਸ਼ਾ ਵਿੱਚ ਪੜ੍ਹਾਈ ਕਰਦੇ ਹਨ। ਡੰਡੀ ਯੂਨੈਸਕੋ ਅਤੇ ਹੋਰ ਸੰਗਠਨਾਂ ਨੇ ਇਸ ਤੱਥ ਉੱਤੇ ਜ਼ੋਰ ਦਿੱਤਾ ਹੈ ਕਿ ਮਾਂ ਬੋਲੀ ਸਿੱਖਣ ਨਾਲ ਸਵੈ ਮਾਣ ਅਤੇ ਸਵੈ ਪਛਾਣ ਦੀ ਉਚਿਤ ਉਸਾਰੀ ਹੁੰਦੀ ਹੈ ਅਤੇ ਨਾਲ ਹੀ ਬੱਚੇ ਦਾ ਸਰਬਪੱਖੀ ਵਿਕਾਸ ਵੀ ਹੁੰਦਾ ਹੈ। ਡੰਡੀ ਮੰਦੇ ਭਾਗੀ ਕੁਝ ਸਿੱਖਿਆ ਸ਼ਾਸਤਰੀ ਤੇ ਮਾਪੇ ਹਾਲੇ ਵੀ ਅੰਗਰੇਜ਼ੀ ਨੂੰ ਬਿਨਾਂ ਕਿਸੇ ਦਲੀਲ ਦੇ ਸਰਬ ਉੱਚਤਾ ਪ੍ਰਦਾਨ ਕਰਦੇ ਹਨ, ਜਿਸ ਨਾਲ ਬੱਚੇ ਦੀ ਮਾਂ ਬੋਲੀ ਸਕੂਲਾਂ ਵਿੱਚ ਦੂਸਰੀ ਤੀਸਰੀ ਭਾਸ਼ਾ ਬਣ ਕੇ ਰਹਿ ਜਾਂਦੀ ਹੈ। ਡੰਡੀ ਇੱਥੇ ਮਹਾਨ ਭੌਤਿਕ ਵਿਗਿਆਨੀ ਅਤੇ ਨੋਬਲ ਪੁਰਸਕਾਰ ਜੇਤੂ ਸਰ CV ਰਮਨ, ਜਿਨ੍ਹਾਂ ਨੇ ਬੇਮਿਸਾਲ ਦੂਰਦ੍ਰਿਸ਼ਟੀ ਦਾ ਪ੍ਰਦਰਸ਼ਨ ਕੀਤਾ ਸੀ, ਦੇ ਕਥਨ ਨੂੰ ਯਾਦ ਕਰ ਲੈਣਾ ਉਚਿਤ ਹੋਵੇਗਾ। ਸਾਨੂੰ ਜ਼ਰੂਰ ਹੀ ਵਿਗਿਆਨ ਵਿਸ਼ਾ ਆਪਣੀ ਮਾਂ ਬੋਲੀ ਵਿੱਚ ਪੜ੍ਹਾਉਣਾ ਹੋਵੇਗਾ। ਡੰਡੀ ਨਹੀਂ ਤਾਂ ਵਿਗਿਆਨ ਬਹੁਤੇ ਪੜ੍ਹੇ ਲਿਖੇ ਲੋਕਾਂ ਦੀ ਗਤੀਵਿਧੀ ਬਣ ਕੇ ਰਹਿ ਜਾਵੇਗਾ। ਡੰਡੀ ਇਹ ਅਜਿਹੀ ਗਤੀਵਿਧੀ ਨਹੀਂ ਰਹੇਗੀ ਜਿਸ ਵਿੱਚ ਸਾਰੇ ਲੋਕ ਸ਼ਿਰਕਤ ਕਰ ਸਕਣ। ਡੰਡੀ ਇਸ ਦਾ ਇਹ ਭਾਵ ਨਹੀਂ ਕਿ ਭਾਰਤ ਦੀ ਵਿਦੇਸ਼ ਨੀਤੀ ਇਹ ਹੈ ਕਿ ਇਸ ਨੇ ਹਰ ਅਵਸਥਾ ਵਿੱਚ ਨਿਰੋਲ ਸ਼ਾਂਤਮਈ ਰਹਿਣਾ ਹੈ ਅਤੇ ਸ਼ਤਰੂਆਂ ਅੱਗੇ
ਹੱਥ ਜੋੜ ਕੇ ਸੀਸ ਨਿਵਾ ਦੇਣਾ ਹੈ ਡੰਡੀ। ਭਾਰਤ ਅਮਨ ਦਾ ਇਸ਼ਕ ਹੈ ਡੰਡੀ। ਇਸ ਲਈ ਭਾਰਤ ਦੀ ਵਿਦੇਸ਼ ਨੀਤੀ ਨਿਰੋਲ ਸ਼ਾਂਤਮਈ ਦੀ ਨੀਤੀ ਨਹੀਂ ਡੰਡੀ। ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਵਿਦੇਸ਼ ਨੀਤੀ ਕਿਸੇ ਉੱਤੇ ਪਹਿਲਾਂ ਹਮਲਾ ਨਾ ਕਰਨ ਦੀ ਨੀਤੀ ਹੈ, ਪਰੰਤੂ ਉਹ ਆਪਣੀ ਸੁਤੰਤਰਤਾ ਦੀ ਰੱਖਿਆ ਲਈ ਹਰ ਸਮੇਂ ਤਤਪਰ ਹੈ ਡੰਡੀ। ਇਹੋ ਕਾਰਨ ਹੈ ਕਿ ਭਾਰਤ ਨੇ ਆਪਣੀ ਭੂਮੀ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਹੈਰਾਨ ਕਰ ਦੇਣ ਵਾਲੀ ਉੱਨਤੀ ਕੀਤੀ ਹੈ ਡੰਡੀ। ਇਸ ਸਮੇਂ ਭਾਰਤ ਮਾਣ ਨਾਲ ਕਹਿ ਸਕਦਾ ਹੈ ਕਿ ਭਾਰਤ ਕਿਸੇ ਉੱਤੇ ਹਮਲਾ ਕਰਨ ਦੀ ਇੱਛਾ ਨਹੀਂ ਰੱਖਦਾ, ਪਰੰਤੂ ਉਹ ਕਿਸੇ ਵੱਡੀ ਤੋਂ ਵੱਡੀ ਸ਼ਕਤੀ ਦੇ ਹਮਲੇ ਨੂੰ ਰੋਕਣ ਦੇ ਸਮਰੱਥ ਹੈ ਡੰਡੀ। ਪਿਛਲੇ ਸਾਲਾਂ ਵਿੱਚ ਭਾਰਤ ਨੇ ਇਸ ਨੀਤੀ ਉੱਤੇ ਬੜੀ ਸਖਤੀ ਅਤੇ ਸਾਵਧਾਨੀ ਨਾਲ ਅਮਲ ਕੀਤਾ ਹੈ ਡੰਡੀ। ਇੱਕੋ ਕਾਰਨ ਹੈ ਕਿ 1953 ਵਿੱਚ ਕਾਂਗਰਸ ਦੇ ਇਜਲਾਸ ਵਿੱਚ ਸ਼੍ਰੀ ਜਵਾਹਰ ਲਾਲ ਨਹਿਰੂ ਦੀ ਇਸ ਵਿਦੇਸ਼ ਨੀਤੀ ਨੂੰ ਸਰਬਸੰਮਤੀ ਨਾਲ ਨਾ ਕੇਵਲ ਪ੍ਰਵਾਨ ਹੀ ਕੀਤਾ, ਸਗੋਂ ਇਸ ਦੀ ਬਹੁਤ ਸਾਰੀ ਪ੍ਰਸ਼ੰਸਾ ਵੀ ਕੀਤੀ ਗਈ ਡੰਡੀ। ਉਹਨਾਂ ਦੇ ਕਹਿਣ ਅਨੁਸਾਰ ਇਹ ਨੀਤੀ ਸੁਤੰਤਰ, ਮਹਾਨ ਅਤੇ ਨਿਰਪੱਖ ਹੈ ਡੰਡੀ। ਇਸ ਨਾਲ ਅਸੀਂ ਆਪਣੇ ਆਪ ਦੀ ਰੱਖਿਆ ਕਰਨ ਦੇ ਭਲੀ ਪ੍ਰਕਾਰ ਸਮਰੱਥ ਹਾਂ, ਅਤੇ ਜੇ ਕੋਈ ਸਾਡੇ ਉੱਤੇ ਹਮਲਾ ਕਰੇ ਤਾਂ ਉਸ ਦਾ ਮੂੰਹ ਮੋੜ ਸਕਦੇ ਹਾਂ ਡੰਡੀ। ਸੰਸਾਰ ਦੇ ਦੂਜੇ ਦੇਸ਼ਾਂ ਨੂੰ ਧੜਿਆਂ ਵਿੱਚ ਵੰਡਿਆ ਵੇਖ ਕੇ ਕਈ ਵਿਦਵਾਨਾਂ ਦਾ ਵਿਚਾਰ ਬਣ ਜਾਂਦਾ ਹੈ ਕਿ ਭਾਰਤ ਨੂੰ ਵੀ ਕਿਸੇ ਨਾ ਕਿਸੇ ਧੜੇ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ, ਤਾਂ ਜੋ ਕੋਈ ਸ਼ਤਰੂ ਇਸ ਉੱਤੇ ਬੁਰੀ ਨਜ਼ਰ ਰੱਖੇ ਤਾਂ ਉਸ ਨੂੰ ਡਰ ਹੋਵੇ ਕਿ ਭਾਰਤ ਦਾ ਵੀ ਕੋਈ ਧੜਾ ਹੈ ਡੰਡੀ। ਇਸ ਦਾ ਭਾਵ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਭਾਰਤ ਨੂੰ ਕਈ ਦੇਸ਼ਾਂ ਨਾਲ ਅਜਿਹੀਆਂ ਸੰਧੀਆਂ ਕਰ ਲੈਣੀਆਂ ਚਾਹੀਦੀਆਂ ਹਨ ਜਿਨ੍ਹਾਂ ਰਾਹੀਂ ਉਹ ਹਮਲਾ ਕਰ ਵੀ ਸਕੇ ਅਤੇ ਹਮਲਾ ਰੋਕ ਵੀ ਸਕੇ ਡੰਡੀ। ਇਸ ਦਾ ਉੱਤਰ ਦਿੰਦੇ ਹੋਏ ਨਹਿਰੂ ਨੇ ਕਿਹਾ ਸੀ ਕਿ ਭਾਰਤ ਦੀ ਇਹ ਨੀਤੀ ਨਹੀਂ ਹੈ ਡੰਡੀ। ਭਾਰਤ ਦੀ ਸਮੂਹ ਦੇਸ਼ਾਂ ਨਾਲ ਮਿੱਤਰਤਾ ਰੱਖਣ ਦੀ ਨੀਤੀ ਦਾ ਹੀ ਇਹ ਨਤੀਜਾ ਹੈ ਕਿ ਹੁਣ ਭਾਰਤ ਦੀ ਰੂਸ ਅਤੇ ਅਮਰੀਕਾ ਦੋਹਾਂ ਨਾਲ ਚੰਗੀ ਤਰ੍ਹਾਂ ਨਿਭ ਰਹੀ ਹੈ ਡੰਡੀ। ਇਸ ਵਿਚਾਰ ਤੋਂ ਇਹ ਵੀ ਨਹੀਂ ਸਮਝ ਲੈਣਾ ਚਾਹੀਦਾ ਕਿ ਭਾਰਤ ਦੀ ਵਿਦੇਸ਼ ਨੀਤੀ ਦਾ ਸਿੱਟਾ ਭਾਰਤ ਲਈ ਸਦਾ ਚੰਗਾ ਰਿਹਾ ਹੈ ਡੰਡੀ। ਸਭ ਜਾਣਦੇ ਹਨ ਕਿ ਭਾਰਤ ਨੂੰ 1947 ਤੋਂ ਹੀ ਪਾਕਿਸਤਾਨ ਨਾਲ ਕਸ਼ਮੀਰ ਸੰਬੰਧੀ ਇੱਕ ਉਲਝਣ ਵਿੱਚ ਫਸਣਾ ਪਿਆ ਹੈ, ਜਿਸ ਦੇ ਸਬੰਧ ਵਿੱਚ ਪਾਕਿਸਤਾਨ ਨੇ ਅਚਨਚੇਤ ਹੀ ਬਿਨਾਂ ਦੱਸਣ ਪੁੱਛਣ ਦੇ ਕਸ਼ਮੀਰ ਵਿੱਚ ਲਹੂ ਦੀਆਂ ਨਦੀਆਂ ਵਹਾ ਦਿੱਤੀਆਂ ਸਨ ਡੰਡੀ। ਕੋਰੀਆ ਦੇ ਮਸਲੇ ਸੰਬੰਧੀ ਅਮਰੀਕਾ ਅਤੇ ਚੀਨ ਦੋਹਾਂ ਨੂੰ ਸਾਡੇ ਨਾਲ ਗੁੱਸੇ ਕਰ ਲਿਆ ਸੀ ਡੰਡੀ। ਉਪਰੋਕਤ ਹਦਾਇਤਾਂ ਨੂੰ ਜਾਰੀ ਕਰਦੇ ਹੋਏ ਸਮੇਂ ਸਰਕਾਰ ਦਾ ਮਨਸ਼ਾ ਇਹ ਸੀ ਕਿ ਅਨੁਸ਼ਾਸਨੀ ਕਾਰਵਾਈ ਜਾਂ ਅਪੀਲਾਂ ਆਦਿ ਦੇ ਕੇਸਾਂ ਦੇ ਨਿਪਟਾਰੇ ਵਿੱਚ ਅਣਉਚਿਤ ਦੇਰੀ ਨੂੰ ਖਤਮ ਕੀਤਾ ਜਾਵੇ ਡੰਡੀ। ਇਸੇ ਮਨਸ਼ੇ ਨੂੰ ਮੁੱਖ ਰੱਖਦੇ ਹੋਏ ਸਰਕਾਰ ਦੇ ਵਿਚਾਰ ਅਧੀਨ ਇਹ ਮਸਲਾ ਸੀ ਕਿ ਲੋਕ ਸੇਵਾ ਕਮਿਸ਼ਨ ਦੀ ਪੱਧਰ 'ਤੇ ਵੀ ਕਥਿਤ ਕੇਸਾਂ ਵਿੱਚ ਆਪਣੀ ਰਾਏ ਦੇਣ ਲਈ ਸਮਾਂ ਨਿਸ਼ਚਿਤ ਕੀਤਾ ਜਾਵੇ ਅਤੇ ਨਿਰਧਾਰਤ ਸਮੇਂ ਉਪਰੰਤ ਕਮਿਸ਼ਨ ਵੱਲੋਂ ਕੀਤੀ ਦੇਰੀ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਸਲਾਹ ਉਡੀਕੇ ਬਿਨਾਂ ਕਾਰਵਾਈ ਕਰ ਲਈ ਜਾਵੇ ਡੰਡੀ। ਇਸ ਸਬੰਧ ਵਿੱਚ ਕਮਿਸ਼ਨ ਦੇ ਵਿਚਾਰ ਮੰਗੇ ਗਏ ਸਨ ਡੰਡੀ। ਕਮਿਸ਼ਨ ਦੇ ਵਿਚਾਰਾਂ ਦਾ
ਮਹੱਤਵਪੂਰਨ ਅੰਸ਼ ਇਹ ਹੈ ਕਿ ਅਨੁਸ਼ਾਸਨੀ ਕਾਰਵਾਈ ਦੇ ਕੇਸਾਂ ਵਿੱਚ ਸਰਕਾਰ ਜੋ 3 ਮਹੀਨੇ ਦੀ ਮਿਆਦ ਨਿਸ਼ਚਿਤ ਕਰਨੀ ਚਾਹੁੰਦੀ ਹੈ ਉਸ ਬਾਰੇ ਕਮਿਸ਼ਨ ਨੂੰ ਕੋਈ ਇਤਰਾਜ਼ ਨਹੀਂ, ਬਸ਼ਰਤੇ ਕਮਿਸ਼ਨ ਨੂੰ ਕੇਸ ਪਹਿਲੀ ਵਾਰ ਹੀ ਹਰ ਪੱਖੋਂ ਮੁਕੰਮਲ ਕਰਕੇ ਭੇਜਿਆ ਜਾਵੇ। ਡੰਡੀ ਜੇਕਰ ਕੇਸ ਅਧੂਰਾ ਹੋਵੇ ਅਤੇ ਕਮਿਸ਼ਨ ਉਸ ਬਾਰੇ ਹੋਰ ਸੂਚਨਾ ਜਾਂ ਰਿਕਾਰਡ ਮੰਗੇ ਤਾਂ ਉਸ ਸੂਰਤ ਵਿੱਚ ਜਦੋਂ ਉਹ ਸੂਚਨਾ ਜਾਂ ਰਿਕਾਰਡ ਸਰਕਾਰ ਜਾਂ ਸੰਬੰਧਿਤ ਵਿਭਾਗ ਵੱਲੋਂ ਕਮਿਸ਼ਨ ਪਾਸ ਪਹੁੰਚ ਜਾਵੇ ਉਸ ਤੋਂ ਬਾਅਦ ਹੀ 3 ਮਹੀਨਿਆਂ ਦੀ ਮਿਆਦ ਲਾਗੂ ਹੁੰਦੀ ਸਮਝੀ ਜਾਵੇਗੀ। ਡੰਡੀ ਸਰਕਾਰ ਕਮਿਸ਼ਨ ਦੀ ਇਸ ਰਾਏ ਅਤੇ ਦੂਸਰੇ ਕਾਨੂੰਨੀ ਪੱਖਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਦੀ ਰਹੀ ਹੈ। ਡੰਡੀ ਪੈਰਾ ਸਰਕਾਰ ਵੱਲੋਂ ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਸਮੂਹ ਵਿਭਾਗ ਲੋਕ ਸੇਵਾ ਕਮਿਸ਼ਨ ਨੂੰ ਅਨੁਸ਼ਾਸਨੀ ਕਾਰਵਾਈ ਦੇ ਕੇਸ ਪਹਿਲੀ ਵਾਰ ਹੀ ਮੁਕੰਮਲ ਰੂਪ ਵਿੱਚ ਸਮੇਤ ਲੋੜੀਂਦੀ ਸੂਚਨਾ ਜਾਂ ਰਿਕਾਰਡ ਦੇ ਭੇਜਿਆ ਕਰਨ, ਨਹੀਂ ਤਾਂ ਮਸਲੇ ਸੰਬੰਧੀ ਹੋਈ ਦੇਰੀ ਬਾਰੇ ਉਹਨਾਂ ਦੀ ਜਾਤੀ ਤੌਰ 'ਤੇ ਜ਼ਿੰਮੇਵਾਰੀ ਹੋਵੇਗੀ। ਡੰਡੀ ਉਪਰੋਕਤ ਅਨੁਸਾਰ ਮੁਕੰਮਲ ਕੇਸ ਪ੍ਰਾਪਤ ਹੋਣ ਉਪਰੰਤ ਲੋਕ ਸੇਵਾ ਕਮਿਸ਼ਨ ਨੂੰ ਛੇਤੀ ਤੋਂ ਛੇਤੀ ਆਪਣੀ ਰਾਏ ਦੇਣੀ ਚਾਹੀਦੀ ਹੈ। ਡੰਡੀ ਕਮਿਸ਼ਨ ਵੱਲੋਂ ਕੇਸ ਦੇ ਨਿਪਟਾਰੇ ਲਈ ਕਿਸੇ ਸੂਰਤ ਵਿੱਚ ਵੀ 3 ਮਹੀਨੇ ਤੋਂ ਵੱਧ ਸਮਾਂ ਨਾ ਲਗਾਇਆ ਜਾਵੇ। ਡੰਡੀ ਜੇਕਰ ਕਮਿਸ਼ਨ ਵੱਲੋਂ ਅਜਿਹੀ ਦੇਰੀ ਕੀਤੀ ਜਾਂਦੀ ਹੈ ਤਾਂ ਵਿਭਾਗ ਨੂੰ ਇਹ ਖੁੱਲ੍ਹ ਹੋਵੇਗੀ ਕਿ ਉਹ ਮਸਲੇ ਸੰਬੰਧੀ ਅਗਲੀ ਕਾਰਵਾਈ ਕਮਿਸ਼ਨ ਦੀ ਰਾਏ ਉਡੀਕੇ ਬਿਨਾਂ ਕਰ ਲੈਣ। ਡੰਡੀ 3 ਮਹੀਨਿਆਂ ਦਾ ਸਮਾਂ ਨਿਰਧਾਰਤ ਕਰਨ ਦਾ ਇਹ ਭਾਵ ਨਹੀਂ ਕਿ ਕਮਿਸ਼ਨ ਬਿਨਾਂ ਕਿਸੇ ਉਚਿਤ ਕਾਰਨ ਦੇ ਮਸਲੇ ਵਿੱਚ ਆਪਣੀ ਰਾਏ ਦੇਣ ਵਿੱਚ ਢਿੱਲ ਕਰੇ, ਸਗੋਂ ਉਹਨਾਂ ਨੂੰ ਆਪਣੀ ਸਲਾਹ ਭੇਜਦੇ ਹੋਏ ਅਣਉਚਿਤ ਢਿੱਲ ਬਾਰੇ ਵੇਰਵਾ ਦੇਣਾ ਚਾਹੀਦਾ ਹੈ। ਡੰਡੀ ਕਮਿਸ਼ਨ ਵੱਲੋਂ ਤਰੁੱਟੀ ਦੂਰ ਕਰਵਾਉਣ ਸੰਬੰਧੀ ਹਵਾਲਾ ਇੱਕੋ ਵਾਰੀ 15 ਦਿਨਾਂ ਦੇ ਅੰਦਰ ਅੰਦਰ ਭੇਜਣਾ ਚਾਹੀਦਾ ਹੈ। ਡੰਡੀ ਇਸੇ ਤਰ੍ਹਾਂ ਵਿਭਾਗਾਂ ਨੂੰ ਵੀ ਕਮਿਸ਼ਨ ਦੇ ਹਵਾਲੇ 'ਤੇ 15 ਦਿਨਾਂ ਦੇ ਅੰਦਰ ਅੰਦਰ ਕਾਰਵਾਈ ਕਰਕੇ ਮੁਕੰਮਲ ਉੱਤਰ ਭੇਜਣਾ ਚਾਹੀਦਾ ਹੈ ਜਾਂ ਫਿਰ ਅੰਤਰਿਮ ਸੂਚਨਾ ਭੇਜੀ ਜਾਵੇ। ਡੰਡੀ ਸਟਾਰਟ ਸ਼ੰਕਰ ਦੇਵ ਸੰਨ 1449 ਵਿੱਚ ਪੈਦਾ ਹੋਏ। ਡੰਡੀ ਉਹ ਅਸਾਮ ਦੇ ਮਹਾਨ ਚਿੰਤਕ, ਆਗੂ ਤੇ ਮਹਾਂਪੁਰਸ਼ ਸੰਤ ਸਨ। ਡੰਡੀ ਇੱਕ ਕੁਲੀਨ ਘਰਾਣੇ ਵਿੱਚ ਜਨਮ ਲੈ ਕੇ ਵੀ ਉਹਨਾਂ ਨੇ ਬੌਧਿਕ ਜੀਵਨ ਨੂੰ ਮਹਾਨਤਾ ਦਿੱਤੀ ਅਤੇ ਛੋਟੀ ਉਮਰ ਵਿੱਚ ਹੀ ਸਮੁੱਚੇ ਸੰਸਕ੍ਰਿਤ ਸਾਹਿਤ ਦਾ ਅਧਿਐਨ ਕੀਤਾ। ਡੰਡੀ ਵਿਆਹ ਕਰਵਾ ਕੇ ਗ੍ਰਸਤ ਜੀਵਨ ਦਾ ਬੜਾ ਸੁੱਖ ਮਾਣਿਆ। ਡੰਡੀ ਫਿਰ ਪਤਨੀ ਦੇ ਚਲਾਣਾ ਕਰ ਜਾਣ ਪਿੱਛੋਂ 32 ਸਾਲ ਦੀ ਉਮਰ ਵਿੱਚ ਉਹ ਤੀਰਥ ਯਾਤਰਾ ਲਈ ਨਿਕਲ ਪਏ। ਡੰਡੀ ਉੜੀਸਾ ਦੇ ਇੱਕ ਸਮਾਗਮ ਵਿੱਚ ਆਏ ਭਿੰਨ ਭਿੰਨ ਭਾਰਤੀ ਧਾਰਮਿਕ ਵਿਅਕਤੀਆਂ ਨੂੰ ਮਿਲ ਕੇ ਸ਼ੰਕਰ ਦੇਵ ਨੂੰ ਗਿਆਨ ਭਗਤੀ ਦਾ ਬੋਧ ਹੋਇਆ ਅਤੇ ਨਵ ਵੈਸ਼ਨਵ ਮਤ ਦਾ ਅਨੋਖਾ ਅਨੁਭਵ ਵੀ। ਡੰਡੀ ਵੈਸ਼ਨਵ ਮਤ ਦੀ ਲਹਿਰ ਉਸ ਵੇਲੇ ਉੱਤਰੀ ਭਾਰਤ ਵਿੱਚ ਜ਼ੋਰਾਂ 'ਤੇ ਸੀ ਅਤੇ ਜਨ ਸਧਾਰਨ ਨੂੰ ਭਗਤੀ ਸੰਗੀਤ ਵਿੱਚ ਲੀਨ ਕਰ ਰਹੀ ਸੀ। ਡੰਡੀ ਇਸੇ ਲਹਿਰ ਤੋਂ ਪ੍ਰੇਰਿਤ ਹੋਏ ਸੰਤ ਸ਼ੰਕਰ ਦੇਵ ਘਰ ਆ ਕੇ ਧਾਰਮਿਕ ਕਵਿਤਾ ਰਚਣ ਲੱਗੇ। ਡੰਡੀ ਘਰ ਵਾਲਿਆਂ ਦੇ ਜ਼ੋਰ ਪਾਉਣ 'ਤੇ ਉਹਨਾਂ ਦੂਜਾ ਵਿਆਹ ਵੀ ਕਰਵਾਇਆ, ਪਰ ਧਰਮ ਚਰਚਾ ਅਤੇ
ਪੜ੍ਹਨਾ ਲਿਖਣਾ ਜਾਰੀ ਰੱਖਿਆ ਡੰਡੀ। ਕਈ ਧਾਰਮਿਕ ਵਿਦਵਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਵੇਦ ਪੁਰਾਣ ਤੋਂ ਲੈ ਕੇ ਯੋਗ ਅਭਿਆਸ ਤੱਕ ਮੁਹਾਰਤ ਹਾਸਲ ਕੀਤੀ ਡੰਡੀ। ਪਰ ਅੰਤ ਵਿੱਚ ਭਾਗਵਤ ਪੁਰਾਣ ਦੇ ਭਗਤੀ ਤੱਤ ਨੂੰ ਸਰਬ ਉੱਤਮ ਸੱਚ ਜਾਣ ਕੇ ਅਪਣਾ ਲਿਆ ਡੰਡੀ। ਸੰਤ ਸ਼ੰਕਰ ਦੇਵ ਦੇ ਜਨ ਸਧਾਰਨ ਅਤੇ ਸਮਾਜਿਕ ਸਾਹਿਤਕ ਅਤੇ ਧਾਰਮਿਕ ਜੀਵਨ ਨੂੰ ਮਹੱਤਵਪੂਰਨ ਦੇਣ ਇਹ ਹੈ ਕਿ ਉਹਨਾਂ ਨੇ ਧਰਮ ਦੀ ਗੱਲ ਆਪਣੀ ਧਰਤੀ ਅਤੇ ਸੱਭਿਆਚਾਰ ਦੀ ਜ਼ਬਾਨੀ ਕੀਤੀ ਡੰਡੀ। ਉਹ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ ਡੰਡੀ। ਅਸਾਮ ਦੀ ਨਾਟਕ ਪਰੰਪਰਾ ਨੂੰ ਸੰਤ ਜੀ ਨੇ ਅੰਕੀਆ ਨਾਟਕ ਨਾਲ ਪ੍ਰਫੁੱਲਤ ਕੀਤਾ ਡੰਡੀ। ਇਹ ਅੰਕੀਆ ਨਾਟਕ ਵਿਸ਼ਨੂੰ ਕ੍ਰਿਸ਼ਨ ਦੀ ਜੀਵਨ ਲੀਲਾ 'ਤੇ ਆਧਾਰਿਤ ਹਨ ਅਤੇ ਅੱਜ ਵੀ ਹਰ ਆਦਮੀ ਬੜੇ ਮਾਣ ਅਤੇ ਪੂਰੀ ਸ਼ਰਧਾ ਨਾਲ ਇਹਨਾਂ ਨਾਟਕਾਂ ਨੂੰ ਖੇਡਦਾ ਅਤੇ ਮਾਣਦਾ ਹੈ ਡੰਡੀ। ਸ਼ੰਕਰ ਦੇਵ ਨੇ ਆਪਣੇ ਧਾਰਮਿਕ ਗੀਤ ਆਮ ਬੋਲ ਚਾਲ ਦੀ ਅਸਾਮੀ ਭਾਸ਼ਾ ਵਿੱਚ ਲਿਖੇ ਅਤੇ ਇਹਨਾਂ ਗੀਤਾਂ ਦਾ ਗਾਇਨ ਸਮੇਂ ਦੇ ਪ੍ਰਚਲਿਤ ਰਾਗਾਂ ਵਿੱਚ ਨਿਰਧਾਰਤ ਕੀਤਾ ਡੰਡੀ। ਉਮਰ ਦੇ ਅਖੀਰਲੇ ਸਾਲਾਂ ਵਿੱਚ ਸ਼ਾਹੀ ਸਰਪ੍ਰਸਤੀ ਹੇਠ ਉਹਨਾਂ ਆਪਣੇ ਮਤ ਦਾ ਪ੍ਰਚਾਰ ਕੀਤਾ ਅਤੇ ਕਈ ਗ੍ਰੰਥ ਲਿਖੇ ਡੰਡੀ। ਅੱਧੀ ਦਰਜਨ ਤੋਂ ਵੱਧ ਨਾਟਕ ਲਿਖੇ ਡੰਡੀ। ਉਹਨਾਂ ਦਾ ਸਰਬ ਉੱਤਮ ਗ੍ਰੰਥ ਕੀਰਤਨ ਘੋਸ਼ ਹੈ, ਜਿਸ ਦੀ ਘਰ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਂਗ ਮਾਨਤਾ ਹੁੰਦੀ ਹੈ ਡੰਡੀ। ਅਸਾਮ ਦੇ ਇਸ ਸੰਤ ਮਹਾਂਪੁਰਸ਼ ਨੇ ਆਮ ਆਦਮੀ ਨੂੰ ਸਫਲ ਅਤੇ ਸਾਰਥਕ ਜੀਵਨ ਜਿਉਣ ਲਈ ਜਿਹੜਾ ਭਗਤੀ ਮੰਤਰ ਦਿੱਤਾ, ਉਹਨਾਂ ਦੀ ਬੁਨਿਆਦ ਜਨ ਸਧਾਰਨ ਦਾ ਚੰਚਲ ਮਨੋਵੇਗ ਅਤੇ ਪ੍ਰੇਮ ਭਾਵਨਾਵਾਂ ਸਨ ਡੰਡੀ। ਇਹੀ ਕਾਰਨ ਹੈ ਕਿ ਉਹਨਾਂ ਦਾ ਭਗਤੀ ਪ੍ਰਚਾਰ ਇੰਨਾ ਹਰਮਨ ਪਿਆਰਾ ਅਤੇ ਸਦੀਵੀ ਖਿੱਚ ਵਾਲਾ ਹੈ ਡੰਡੀ। ਜੀਵਨ ਇੱਕ ਸੰਘਰਸ਼ ਹੈ ਜਿਸ ਦੇ ਮੁੱਖ ਤੌਰ 'ਤੇ 3 ਪਹਿਲੂ ਹੁੰਦੇ ਹਨ ਡੰਡੀ। ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਡੰਡੀ। ਸਮਾਜ ਇੱਕ ਵੱਡੇ ਪਰਿਵਾਰ ਦੀ ਤਰ੍ਹਾਂ ਹੈ ਡੰਡੀ। ਸਮਾਜ ਵਿੱਚ ਵਿਚਰਦਿਆਂ ਹੋਇਆਂ ਇੱਕ ਦੂਜੇ ਨਾਲ ਹਮਦਰਦੀ ਭਰੀ ਸਾਂਝ ਰੱਖਣੀ, ਨੇਕ ਨੀਤੀ ਅਤੇ ਸੱਚਾਈ ਨਾਲ ਕਾਰ ਵਿਹਾਰ ਅਤੇ ਹੋਰ ਬਿਜ਼ਨਸ ਕਰਨਾ ਅਤੇ ਲੋੜਵੰਦਾਂ ਦੇ ਕੰਮ ਆਉਣਾ ਸਾਡਾ ਧਰਮ ਹੋਣਾ ਚਾਹੀਦਾ ਹੈ ਡੰਡੀ। ਸਮਾਜਿਕ ਪ੍ਰਾਣੀ ਦੀ ਹੈਸੀਅਤ ਵਿੱਚ ਸਾਨੂੰ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ ਕਿ ਅਸੀਂ ਸਮਾਜਿਕ ਬੁਰਾਈਆਂ ਅਤੇ ਕੁਰੀਤੀਆਂ ਨੂੰ ਸਿਰ ਨਾ ਚੁੱਕਣ ਦਈਏ ਡੰਡੀ। ਆਰਥਿਕ ਪੱਖ ਤੋਂ ਭਾਵ ਇਹ ਹੈ ਕਿ ਹਰ ਇੱਕ ਨਾਗਰਿਕ ਆਪਣਾ ਆਪਣਾ ਕਾਰ ਵਿਹਾਰ ਕਰਦਾ ਹੋਇਆ ਕਿੰਨਾ ਕੁ ਧਨ ਕਮਾਉਂਦਾ ਹੈ, ਅਮੀਰ ਹੈ, ਦਰਮਿਆਨੇ ਦਰਜੇ ਦਾ ਹੈ ਜਾਂ ਨਿਰਧਨ ਹੈ ਡੰਡੀ। ਅਰਥਾਤ ਉਸ ਦਾ ਆਰਥਿਕ ਮਿਆਰ ਕਿਹੋ ਜਿਹਾ ਹੈ ਡੰਡੀ। ਗਰੀਬ ਲੋਕ ਆਮ ਤੌਰ 'ਤੇ ਆਰਥਿਕ ਸੰਕਟ ਨਾਲ ਸੰਘਰਸ਼ ਕਰਦੇ ਕਰਦੇ ਹੀ ਜੀਵਨ ਦੇ ਅੰਤਲੇ ਪੜਾਅ 'ਤੇ ਪੁੱਜ ਜਾਂਦੇ ਹਨ ਡੰਡੀ। ਆਰਥਿਕ ਮੰਦਹਾਲੀ ਤੋਂ ਮੁਕਤ ਅਮੀਰ ਵਰਗ ਦਾ ਫਰਜ਼ ਬਣਦਾ ਹੈ ਕਿ ਉਹ ਗਰੀਬ ਅਤੇ ਪਿਛਾਂਹ ਸੁੱਟੇ ਪਏ ਲੋਕਾਂ ਦਾ ਯਥਾਸ਼ਕਤ ਸਹਾਇਤਾ ਕਰਨ ਡੰਡੀ। ਜੀਵਨ ਦਾ ਤੀਸਰਾ ਪਰੰਤੂ ਵਧੇਰੇ ਮਹੱਤਵਪੂਰਨ ਪਹਿਲੂ ਰਾਜਨੀਤਿਕ ਹੈ ਡੰਡੀ, ਜੋ ਸਮਾਜ ਨੂੰ ਨਿਯੰਤਰਣ ਅਤੇ ਡਿਸਿਪਲਿਨ ਵਿੱਚ ਰੱਖਦਾ ਹੈ ਡੰਡੀ। ਰਾਜਨੀਤੀ ਵਿੱਚ ਭਾਗ ਲੈਣ ਵਾਲਾ ਵਿਅਕਤੀ ਸ਼ਾਸਨ ਪ੍ਰਣਾਲੀ ਚਲਾਉਣ ਵਿੱਚ ਸਹਾਈ ਹੁੰਦਾ ਹੈ
ਲੋਕ ਭਲਾਈ ਦੇ ਕੰਮ ਕਰਦਾ ਹੈ ਅਤੇ ਸਮੁੱਚੇ ਤੌਰ 'ਤੇ ਸਮਾਜਿਕ ਲਾਭਾਂ ਲਈ ਯਤਨਸ਼ੀਲ ਰਹਿੰਦਾ ਹੈ। ਡੰਡੀ। ਸਾਡੀ ਸਿੱਖਿਆ ਪ੍ਰਣਾਲੀ ਵਿੱਚ ਅਸਾਧਾਰਨ ਪ੍ਰਸਾਰ ਹੋਇਆ ਹੈ ਕਿ ਇਹ ਅੰਤਰਰਾਸ਼ਟਰੀ ਪੱਧਰ ਦੇ ਵਕਾਰੀ, ਇੰਜੀਨੀਅਰਿੰਗ, ਮੈਡੀਸਨ, ਕਾਨੂੰਨ ਅਤੇ ਹਿਊਮੈਨਿਟੀਜ਼ ਵਿੱਚ ਕੋਰਸ ਕਰਵਾਉਂਦੀ ਹੈ। ਲੇਕਿਨ ਇਸ ਮਾਮਲੇ ਦਾ ਵਿਰੋਧਾਭਾਸ ਇਹ ਹੈ ਕਿ ਅਸੀਂ ਇਸ ਨੂੰ ਆਪਣੇ ਹੀ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ। ਡੰਡੀ। ਪਿਛਲੇ ਸਾਲਾਂ ਦੌਰਾਨ ਅਕਾਦਮਿਕ ਖੇਤਰ ਵਿੱਚ ਕਈ ਤਰ੍ਹਾਂ ਦੇ ਅੜਿੱਕੇ ਪੈਦਾ ਹੋਏ ਹਨ, ਜਿਸ ਨਾਲ ਵੱਡੀ ਗਿਣਤੀ 'ਚ ਸਾਡੇ ਵਿਦਿਆਰਥੀਆਂ ਦੀ ਤਰੱਕੀ ਵੀ ਰੁਕ ਗਈ ਹੈ ਅਤੇ ਅਸੀਂ ਅੰਗਰੇਜ਼ੀ ਮਾਧਿਅਮ 'ਚ ਪੜ੍ਹਾਈ ਕਰਵਾਉਣ ਵਾਲੀਆਂ ਯੂਨੀਵਰਸਿਟੀਜ਼ ਅਤੇ ਕਾਲਜਾਂ ਦਾ ਨਿੱਕਾ ਜਿਹਾ ਭੁਕਾਨਾ ਫੁਲਾ ਕੇ ਸੰਤੁਸ਼ਟ ਹੋ ਕੇ ਬੈਠ ਗਏ ਹਾਂ, ਜਦਕਿ ਜੇ ਅਸੀਂ ਤਕਨੀਕੀ ਅਤੇ ਕਿੱਤਾ ਮੁਖੀ ਕੋਰਸਾਂ ਦੀ ਗੱਲ ਕਰੀਏ ਤਾਂ ਸਾਡੀਆਂ ਆਪਣੀਆਂ ਭਾਸ਼ਾਵਾਂ ਸੜਨ ਦੇ ਰਾਹ ਪੈ ਗਈਆਂ ਹਨ। ਡੰਡੀ। ਉਚੇਰੀ ਸਿੱਖਿਆ ਦੇ ਪੱਧਰ 'ਤੇ ਸਮੁੱਚੇ ਵਿਸ਼ਵ 'ਚ ਪੜ੍ਹਾਈ ਦੇ ਮਾਧਿਅਮ ਦੇ ਅਭਿਆਸਾਂ ਉੱਤੇ ਜੇ ਸਰਸਰੀ ਝਾਤ ਪਾਈ ਜਾਵੇ ਤਾਂ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ। G20 ਦੇਸ਼ਾਂ ਵਿੱਚੋਂ ਜ਼ਿਆਦਾਤਰ ਦੇਸ਼ਾਂ 'ਚ ਅਤਿ ਆਧੁਨਿਕ ਯੂਨੀਵਰਸਿਟੀਜ਼ ਹਨ ਜਿੱਥੇ ਉਸੇ ਭਾਸ਼ਾ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ ਜਿਹੜੀ ਭਾਸ਼ਾ 'ਚ ਜਾਣਨ ਅਤੇ ਬੋਲਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੁੰਦੀ ਹੈ। ਡੰਡੀ। ਏਸ਼ੀਆਈ ਦੇਸ਼ਾਂ ਨੂੰ ਹੀ ਲੈ ਲਵੋ। ਉਦਾਹਰਨ ਵਜੋਂ ਕੋਰੀਆ 'ਚ ਲਗਭਗ 70% ਯੂਨੀਵਰਸਿਟੀਜ਼ ਕੋਰੀਆਈ ਭਾਸ਼ਾ ਵਿੱਚ ਪੜ੍ਹਾਉਂਦੀਆਂ ਹਨ, ਪਰ ਫਿਰ ਵੀ ਉਹ ਅੰਤਰਰਾਸ਼ਟਰੀ ਮੰਚ ਉੱਤੇ ਭੂਮਿਕਾ ਨਿਭਾਉਣ ਦੇ ਖਾਹਿਸ਼ਮੰਦ ਹਨ। ਡੰਡੀ। ਇੱਕ ਵਿਲੱਖਣ ਤਰੀਕੇ ਨਾਲ ਮਾਪਿਆਂ ਵਿੱਚ ਅੰਗਰੇਜ਼ੀ ਸਿੱਖਣ ਦੀ ਵੱਧਦੀ ਸਨਕ ਨੂੰ ਦੇਖਦਿਆਂ ਕੋਰੀਆਈ ਸਰਕਾਰ ਨੇ ਸਾਲ 2018 'ਚ ਸਕੂਲਾਂ ਵਿੱਚ ਤੀਸਰੀ ਜਮਾਤ ਤੋਂ ਪਹਿਲਾਂ ਅੰਗਰੇਜ਼ੀ ਪੜ੍ਹਾਉਣ ਉੱਤੇ ਰੋਕ ਲਾ ਦਿੱਤੀ ਸੀ ਕਿਉਂਕਿ ਵਿਦਿਆਰਥੀਆਂ ਦੀ ਕੋਰੀਆਈ ਭਾਸ਼ਾ ਵਿੱਚ ਮੁਹਾਰਤ ਘਟਣ ਲੱਗ ਪਈ ਸੀ। ਡੰਡੀ। ਇਸੇ ਤਰ੍ਹਾਂ ਜਾਪਾਨ 'ਚ ਬਹੁਤੇ ਯੂਨੀਵਰਸਿਟੀ ਪ੍ਰੋਗਰਾਮ ਜਾਪਾਨੀ ਭਾਸ਼ਾ ਵਿੱਚ ਹੀ ਪੜ੍ਹਾਏ ਜਾਂਦੇ ਹਨ ਅਤੇ ਚੀਨ 'ਚ ਵੀ ਬਿਲਕੁਲ ਇਹੋ ਜਿਹੀ ਸਥਿਤੀ ਹੈ ਜਿੱਥੇ ਯੂਨੀਵਰਸਿਟੀਜ਼ ਮੈਂਡਰਿਨ ਭਾਸ਼ਾ ਵਿੱਚ ਪੜ੍ਹਾਈ ਕਰਵਾਉਂਦੀਆਂ ਹਨ। ਡੰਡੀ। ਇਸ ਅੰਤਰਰਾਸ਼ਟਰੀ ਸੰਦਰਭ ਵਿੱਚ ਇਹ ਇੱਕ ਵਿਅੰਗਆਤਮਕ ਸਥਿਤੀ ਹੈ ਕਿ ਭਾਰਤ ਵਿੱਚ ਜ਼ਿਆਦਾਤਰ ਕਿੱਤਾ ਮੁਖੀ ਕੋਰਸ ਅੰਗਰੇਜ਼ੀ ਭਾਸ਼ਾ 'ਚ ਪੜ੍ਹਾਏ ਜਾਂਦੇ ਹਨ। ਵਿਗਿਆਨ, ਇੰਜੀਨੀਅਰਿੰਗ, ਮੈਡੀਸਨ ਅਤੇ ਕਾਨੂੰਨ ਵਿੱਚ ਤਾਂ ਸਥਿਤੀ ਹੋਰ ਵੀ ਮਾੜੀ ਹੈ ਕਿਉਂਕਿ ਇਹਨਾਂ ਵਿਸ਼ਿਆਂ ਲਈ ਕੋਈ ਵੀ ਕੋਰਸ ਵਿਵਹਾਰਕ ਤੌਰ ਉੱਤੇ ਖੇਤਰੀ ਭਾਸ਼ਾ ਵਿੱਚ ਨਹੀਂ ਹੈ। ਡੰਡੀ। ਖੁਸ਼ਕਿਸਮਤੀ ਨਾਲ ਅਸੀਂ ਹੁਣ ਆਪਣੀਆਂ ਖੁਦ ਦੀਆਂ ਭਾਸ਼ਾਵਾਂ ਵਿੱਚ ਆਪਣੀ ਆਵਾਜ਼ ਲੱਭਣੀ ਸ਼ੁਰੂ ਕਰ ਰਹੇ ਹਾਂ। ਡੰਡੀ। ਸਾਨੂੰ ਜ਼ਰੂਰ ਹੀ ਪ੍ਰਾਇਮਰੀ ਸਿੱਖਿਆ ਘੱਟੋ ਘੱਟ ਗ੍ਰੇਡ 5 ਤੱਕ ਵਿਦਿਆਰਥੀ ਦੀ ਮਾਂ ਬੋਲੀ ਵਿੱਚ ਦੇਣ ਨਾਲ ਸ਼ੁਰੂਆਤ ਕਰਨੀ ਹੋਵੇਗੀ ਅਤੇ ਫਿਰ ਹੌਲੀ ਹੌਲੀ ਇਸ ਦਾ ਪੱਧਰ ਉੱਚਾ ਚੁੱਕਦੇ ਜਾਣਾ ਹੋਵੇਗਾ। ਡੰਡੀ। ਮਾਂ ਬੋਲੀ ਵਿੱਚ ਪੜ੍ਹਾਈ ਦਾ ਮਾਧਿਅਮ ਰੱਖਣ ਉੱਤੇ ਜ਼ੋਰ ਕੋਈ ਅਨੋਖੀ ਗੱਲ ਨਹੀਂ ਹੈ ਕਿਉਂਕਿ ਮੈਂ ਅਕਸਰ ਆਖਦਾ ਹਾਂ ਕਿ ਸਭ ਨੂੰ ਹਰ ਸੰਭਵ ਹੱਦ ਤੱਕ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ, ਪਰ ਇਸ ਲਈ ਮਾਂ ਬੋਲੀ ਵਿੱਚ ਮਜ਼ਬੂਤ ਬੁਨਿਆਦ ਦੀ ਜ਼ਰੂਰਤ ਹੁੰਦੀ ਹੈ। ਡੰਡੀ।
ਦੂਸਰੇ ਸ਼ਬਦਾਂ 'ਚ ਮੈਂ ਮਾਂ ਬੋਲੀ ਬਨਾਮ ਅੰਗਰੇਜ਼ੀ ਦੀ ਨਹੀਂ, ਸਗੋਂ ਮਾਂ ਬੋਲੀ ਪਲੱਸ ਅੰਗਰੇਜ਼ੀ ਪਹੁੰਚ ਦੀ ਵਕਾਲਤ ਕਰ ਰਿਹਾ ਹਾਂ। ਡੰਡੀ ਅਜੋਕੇ ਤੇਜ਼ੀ ਨਾਲ ਆਪਸ 'ਚ ਜੁੜੇ ਵਿਸ਼ਵ ਵਿੱਚ ਵਿਭਿੰਨ ਭਾਸ਼ਾਵਾਂ 'ਚ ਮੁਹਾਰਤ ਨੇ ਇੱਕ ਵਿਆਪਕ ਵਿਸ਼ਵ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ। ਡੰਡੀ ਪੇਗਾਸਸ ਜਾਸੂਸੀ ਮੁੱਦੇ ਤੇ ਸੰਸਦ 'ਚ ਪੈ ਰਹੇ ਰੌਲੇ ਰੱਪੇ ਦਰਮਿਆਨ ਮੋਦੀ ਸਰਕਾਰ ਵੱਖ-ਵੱਖ ਕਾਨੂੰਨਾਂ ਨੂੰ ਪਾਸ ਕਰਵਾ ਰਹੀ ਹੈ। ਡੰਡੀ ਇਸ ਲੜੀ 'ਚ ਸਰਕਾਰ ਨੇ ਸਾਡੇ ਆਗੂਆਂ ਦੇ ਸਭ ਤੋਂ ਹਰਮਨ ਪਿਆਰੇ ਵਿਸ਼ੇ ਰਿਜ਼ਰਵੇਸ਼ਨ ਬਾਰੇ ਕਾਨੂੰਨ ਪਾਸ ਕਰਵਾਇਆ ਹੈ ਅਤੇ ਉਹ ਆਪਣੇ ਵੋਟ ਬੈਂਕ ਨੂੰ ਖੁਸ਼ ਕਰਨ ਲਈ ਰਿਜ਼ਰਵੇਸ਼ਨ ਨੂੰ ਮੂੰਗਫਲੀ ਵਾਂਗ ਵੰਡ ਰਹੀ ਹੈ, ਕਿਉਂਕਿ ਰਿਜ਼ਰਵੇਸ਼ਨ ਰਾਹੀਂ ਵੋਟ ਮਿਲਦੇ ਹਨ ਅਤੇ ਇਸ ਨਾਲ ਰਾਜ ਗੱਦੀ 'ਤੇ ਬੈਠਣ ਦਾ ਇੱਕ ਪੱਕਾ ਰਾਹ ਮਿਲ ਜਾਂਦਾ ਹੈ। ਡੰਡੀ ਅਗਲੇ ਸਾਲ ਦੇ ਸ਼ੁਰੂ 'ਚ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਹਿਮਾਚਲ ਅਤੇ ਗੋਆ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ ਮੈਡੀਕਲ ਕਾਲਜਾਂ 'ਚ ਹੋਰ ਪਛੜੇ ਵਰਗਾਂ ਲਈ 27% ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਲਈ 10% ਰਿਜ਼ਰਵੇਸ਼ਨ ਦਾ ਐਲਾਨ ਕੀਤਾ ਹੈ। ਡੰਡੀ ਇਸ ਦੇ ਨਾਲ ਹੀ ਇਹਨਾਂ ਕਾਲਜਾਂ 'ਚ ਸੀਟਾਂ ਦੀ ਗਿਣਤੀ ਵੀ ਉਸੇ ਅਨੁਪਾਤ 'ਚ ਵਧਾਈ ਜਾਵੇਗੀ। ਡੰਡੀ ਭਾਜਪਾ ਕਹਿ ਸਕਦੀ ਹੈ ਕਿ ਉਹ ਹੋਰਨਾਂ ਪਛੜੇ ਵਰਗਾਂ ਨੂੰ ਰਾਹਤ ਪ੍ਰਦਾਨ ਕਰ ਰਹੀ ਹੈ ਅਤੇ ਉਹਨਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦਾ ਯਤਨ ਕਰ ਰਹੀ ਹੈ, ਪਰ ਉਸ ਦਾ ਮੰਤਵ ਚੋਣ ਲਾਭ ਹਾਸਲ ਕਰਨਾ ਹੈ। ਡੰਡੀ ਇੱਕ ਤਰ੍ਹਾਂ ਨਾਲ ਦੇਖੀਏ ਤਾਂ ਸਰਕਾਰ ਨੇ ਪਿਛਲੇ ਸਾਲ ਮਦਰਾਸ ਹਾਈ ਕੋਰਟ ਵੱਲੋਂ ਦਿੱਤੇ ਗਏ ਹੁਕਮ ਦੀ ਪਾਲਣਾ ਕੀਤੀ ਹੈ ਅਤੇ ਕੇਂਦਰੀ ਅਦਾਰਿਆਂ 'ਚ ਹੋਰਨਾਂ ਪਛੜੇ ਵਰਗਾਂ ਲਈ 27% ਰਿਜ਼ਰਵੇਸ਼ਨ ਦੇਣ 'ਚ ਇਕਸਾਰਤਾ ਲਿਆਂਦੀ ਹੈ। ਡੰਡੀ ਸੂਬਾਈ ਸਰਕਾਰਾਂ ਵੱਲੋਂ ਸੰਚਾਲਿਤ ਮੈਡੀਕਲ ਕਾਲਜਾਂ 'ਚ ਕੁੱਲ ਸੀਟਾਂ 'ਚੋਂ 15% ਸੀਟਾਂ ਪੂਰੇ ਭਾਰਤ ਦੇ ਵਿਦਿਆਰਥੀਆਂ ਲਈ ਰਾਖਵੀਆਂ ਹੁੰਦੀਆਂ ਹਨ। ਡੰਡੀ ਬਾਕੀ ਦੀਆਂ 85% ਸੀਟਾਂ ਸੰਬੰਧਿਤ ਸੂਬੇ ਦੇ ਵਿਦਿਆਰਥੀਆਂ ਲਈ ਰਿਜ਼ਰਵ ਹੁੰਦੀਆਂ ਹਨ। ਡੰਡੀ ਹੁਣ ਕੁੱਲ ਰਿਜ਼ਰਵ ਕੋਟਾ 60% ਹੋ ਗਿਆ ਹੈ। ਡੰਡੀ ਰਿਜ਼ਰਵੇਸ਼ਨ ਵਧਣ ਨਾਲ ਵਧੀਆ ਨਤੀਜੇ ਕਿਵੇਂ ਮਿਲਣਗੇ ਕਿ ਮਨਮਰਜ਼ੀ ਵਾਲੇ ਢੰਗ ਨਾਲ ਰਿਜ਼ਰਵੇਸ਼ਨ ਠੋਸਣ ਕਾਰਨ ਔਸਤ ਗੁਣਵੱਤਾ ਨੂੰ ਹੱਲਾਸ਼ੇਰੀ ਨਹੀਂ ਮਿਲੇਗੀ ਕਿ ਇਹ ਢੁਕਵਾਂ ਹੈ ਕਿ ਯੋਗ ਵਿਦਿਆਰਥੀਆਂ ਨੂੰ ਦਾਖਲੇ ਤੋਂ ਵਾਂਝਿਆ ਕੀਤਾ ਜਾਵੇ। ਉਹ ਕਿੱਥੇ ਜਾਵੇਗਾ? ਸਿੱਖਿਆ ਦੀ ਗੁਣਵੱਤਾ ਕੀ ਹੋਵੇਗੀ ਕਿ ਇਸ ਗੱਲ ਦਾ ਮੁਲਾਂਕਣ ਕਰਵਾਇਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਰਿਜ਼ਰਵੇਸ਼ਨ ਦਿੱਤੀ ਗਈ ਹੈ ਉਹਨਾਂ ਨੂੰ ਇਸ ਕਾਰਨ ਲਾਭ ਹੋਇਆ ਹੈ ਜਾਂ ਨਹੀਂ। ਪ੍ਰਸ਼ਨ ਚਿੰਨ੍ਹ ਕਿ ਭਾਰਤ ਦੇ ਸਮਾਜਿਕ ਤਾਣੇ ਬਾਣੇ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਦਾ ਉਪਾਅ ਰਿਜ਼ਰਵੇਸ਼ਨ ਸਦਭਾਵਨਾ ਨੂੰ ਬਣਾਈ ਰੱਖਣ ਦਾ ਉਪਾਅ ਕਿ ਇਹ ਢੁਕਵਾਂ ਹੈ ਕਿ ਮੈਡੀਕਲ ਵਿੱਚ 90% ਅੰਕ ਲੈਣ ਵਾਲਾ ਕੋਈ ਵਿਦਿਆਰਥੀ ਦੁਕਾਨ ਚਲਾਵੇ ਅਤੇ 40% ਲੈਣ ਵਾਲਾ ਦਲਿਤ ਡਾਕਟਰ ਬਣ ਜਾਵੇ। ਡੰਡੀ ਇਸ ਦਾ ਸਿਹਰਾ ਰਿਜ਼ਰਵੇਸ਼ਨ ਨੂੰ ਜਾਂਦਾ ਹੈ। ਡੰਡੀ ਸੰਵਿਧਾਨ ਦੀ ਧਾਰਾ 15(1) 'ਚ ਦਰਜ ਬਰਾਬਰੀ ਤੇ ਪਛੜੇਪਨ ਕਦੋਂ ਤੋਂ ਭਾਰੀ ਹੋਣ ਲੱਗਾ? ਪ੍ਰਸ਼ਨ ਸਰਕਾਰ ਹੋਰਨਾਂ ਵਰਗਾਂ ਨਾਲ ਵਿਤਕਰੇ ਨੂੰ ਕਿਸ ਤਰ੍ਹਾਂ ਦੂਰ ਕਰੇਗੀ? ਨਾਲ ਹੀ ਲੋਕ ਰਾਜ 'ਚ ਦੋਹਰੇ ਪੈਮਾਨੇ ਜਾਂ ਹੋਰਨਾਂ ਤੋਂ ਵੱਧ ਸਤਿਕਾਰ ਦੀ
ਔਰ ਵਿਲੀਅਨ ਧਾਰਨਾ ਲਈ ਕੋਈ ਥਾਂ ਨਹੀਂ ਹੈ। ਡੰਡੀ ਮੌਲਿਕ ਅਧਿਕਾਰਾਂ 'ਚ ਜਾਤੀ ਪੰਥ ਲਿੰਗ ਆਦਿ ਨੂੰ ਧਿਆਨ 'ਚ ਰੱਖੇ ਬਿਨਾਂ ਮੌਕਿਆਂ ਦੀ ਬਰਾਬਰੀ ਦਾ ਅਧਿਕਾਰ ਦਿੱਤਾ ਗਿਆ ਹੈ। ਡੰਡੀ ਸਾਨੂੰ ਇਸ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਡੰਡੀ ਮੰਦੇ ਭਾਗੀ ਜ਼ਮੀਨੀ ਸੰਚਾਈ ਅਤੇ ਅਹਿਸਾਸ ਵਾਲੀ ਸਮਾਜਿਕ ਸਥਿਤੀ 'ਚ ਬਰਾਬਰੀ ਨਹੀਂ ਹੁੰਦੀ। ਡੰਡੀ ਰਿਜ਼ਰਵੇਸ਼ਨ ਲੋਕਾਂ ਦੇ ਉਥਾਨ ਦਾ ਇੱਕੋ ਇੱਕ ਰਾਮਬਾਣ ਨਹੀਂ ਹੈ। ਡੰਡੀ ਜਿਨ੍ਹਾਂ ਵਿਦਿਆਰਥੀਆਂ ਨੂੰ ਰਿਜ਼ਰਵੇਸ਼ਨ ਦਾ ਲਾਭ ਦਿੱਤਾ ਜਾਂਦਾ ਹੈ ਉਹਨਾਂ ਨੂੰ ਹਮੇਸ਼ਾ ਵੱਖ-ਵੱਖ ਪਿਛੋਕੜਾਂ ਤੋਂ ਆਏ ਹੋਏ ਹੋਰਨਾਂ ਵਿਦਿਆਰਥੀਆਂ ਨਾਲ ਸੰਘਰਸ਼ ਕਰਨਾ ਪੈਂਦਾ ਹੈ। ਡੰਡੀ ਜੇ ਕਿਸੇ ਵਿਦਿਆਰਥੀ ਦੀ ਨੀਂਹ ਹੀ ਕਮਜ਼ੋਰ ਹੈ ਤਾਂ ਉਸਨੂੰ ਉੱਚ ਸਿੱਖਿਆ 'ਚ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਡੰਡੀ ਨਤੀਜਾ ਇਹ ਨਿਕਲਦਾ ਹੈ ਕਿ ਉਹ ਕਈ ਵਾਰ ਪੜ੍ਹਾਈ ਅੱਧ ਵਾਟੇ ਹੀ ਛੱਡ ਦਿੰਦਾ ਹੈ। ਡੰਡੀ ਸਿੱਖਿਆ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ IIT 'ਚ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਅਤੇ ਪਛੜੇ ਵਰਗਾਂ ਦੇ 48% ਵਿਦਿਆਰਥੀ ਅਤੇ IIM 'ਚ 62.6% ਵਿਦਿਆਰਥੀ ਅੱਧ ਵਾਟੇ ਹੀ ਪੜ੍ਹਾਈ ਛੱਡ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਇਹ ਸਿਲੇਬਸ ਬਹੁਤ ਔਖਾ ਲੱਗਦਾ ਹੈ। ਡੰਡੀ ਦੇਸ਼ ਦੇ 23 IIT 'ਚ 60-43 ਅਧਿਆਪਕਾਂ 'ਚੋਂ 139 ਅਨੁਸੂਚਿਤ ਜਾਤੀ ਦੇ ਅਤੇ 21 ਅਨੁਸੂਚਿਤ ਜਨਜਾਤੀ ਦੇ ਹਨ। ਡੰਡੀ ਕੁੱਲ ਮਿਲਾ ਕੇ ਇਹਨਾਂ ਦੀ ਗਿਣਤੀ 3% ਤੋਂ ਘੱਟ ਹੈ। ਡੰਡੀ ਪਛੜੇ ਵਰਗਾਂ ਦਾ ਤਾਂ ਕੋਈ ਵੀ ਨਹੀਂ ਹੈ। ਡੰਡੀ 40 ਕੇਂਦਰੀ ਯੂਨੀਵਰਸਿਟੀਆਂ 'ਚ ਵੀ ਇਹੀ ਹਾਲਤ ਹੈ। ਡੰਡੀ ਗੁਜਰਾਤ 'ਚ ਉੱਚ ਵਰਗ ਦੀ ਆਬਾਦੀ 30% ਹੈ। ਡੰਡੀ ਇੱਥੋਂ ਦੇ ਵਿੱਦਿਅਕ ਅਦਾਰਿਆਂ 'ਚ ਸੀਟਾਂ ਦੀ ਗਿਣਤੀ ਵਧਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਹੋਰਨਾਂ ਪਛੜੇ ਵਰਗਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ 60% ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ। ਡੰਡੀ ਇਸ ਕਾਰਨ ਸੂਬੇ 'ਚ ਵਿੱਦਿਅਕ ਸਿਆਸੀ ਸਮਾਜਿਕ ਅਤੇ ਆਰਥਿਕ ਗਲਬਾ ਸਥਾਪਿਤ ਕਰਨ ਲਈ ਵੱਖ-ਵੱਖ ਜਾਤੀਆਂ ਅਤੇ ਵਰਗਾਂ 'ਚ ਹਿੰਸਾ ਹੁੰਦੀ ਰਹਿੰਦੀ ਹੈ। ਡੰਡੀ ਨੇਤਾਵਾਂ ਨੇ ਰਿਜ਼ਰਵੇਸ਼ਨ ਨੂੰ ਇੱਕ ਸਰਕਸ ਬਣਾ ਦਿੱਤਾ ਹੈ। ਡੰਡੀ ਇਸ ਸਬੰਧ 'ਚ ਕੋਈ ਅਧਿਐਨ ਨਹੀਂ ਕੀਤਾ ਗਿਆ ਕਿ ਰਿਜ਼ਰਵੇਸ਼ਨ ਮੁਹੱਈਆ ਕਰਵਾਉਣ ਪਿੱਛੇ ਕੀ ਉਹ ਵਿਦਿਆਰਥੀ ਮੁੱਖ ਧਾਰਾ 'ਚ ਵਾਪਸ ਆਏ ਹਨ। ਡੰਡੀ ਇਸ ਗੱਲ ਦੇ ਵੀ ਕੋਈ ਅੰਕੜੇ ਮੌਜੂਦ ਨਹੀਂ ਹਨ ਕਿ ਉੱਚ ਵਿੱਦਿਅਕ ਅਦਾਰਿਆਂ 'ਚ ਵੱਖ-ਵੱਖ ਭਾਈਚਾਰਿਆਂ 'ਚ ਰਾਖਵੇਂ ਕੋਟੇ ਦੀ ਥਾਂ ਕਿਸ ਤਰ੍ਹਾਂ ਖਾਲੀ ਰਹਿੰਦੀ ਹੈ। ਡੰਡੀ ਕਈ ਵਾਰ ਰਿਜ਼ਰਵ ਥਾਵਾਂ 'ਤੇ ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਦਾਖਲਾ ਦੇ ਦਿੱਤਾ ਜਾਂਦਾ ਹੈ। ਡੰਡੀ ਸਾਡੀ ਸਿਆਸੀ ਪ੍ਰਣਾਲੀ 'ਚ ਪਾਈ ਜਾਂਦੀ ਬੇਈਮਾਨੀ ਅਤੇ ਗੈਰ ਜ਼ਿੰਮੇਵਾਰੀ ਨੂੰ ਦੇਖਦੇ ਹੋਏ ਕੋਈ ਵੀ ਨੇਤਾ ਇਸ ਗੱਲ ਨੂੰ ਪ੍ਰਵਾਨ ਨਹੀਂ ਕਰੇਗਾ ਕਿ ਇਹ ਵਿਵਸਥਾ ਉਹਨਾਂ ਵੱਲੋਂ ਹੀ ਵੋਟ ਬੈਂਕ ਦੀ ਸਿਆਸਤ ਲਈ ਪੈਦਾ ਕੀਤੀ ਗਈ ਹੈ। ਡੰਡੀ ਉਹ ਭੁੱਲ ਜਾਂਦੇ ਹਨ ਕਿ ਰਿਜ਼ਰਵੇਸ਼ਨ ਕਾਰਨ ਲੋਕਾਂ 'ਚ ਮਤਭੇਦ ਵੱਧਦੇ ਹਨ। ਡੰਡੀ ਇਹਨਾਂ ਦਾ ਪ੍ਰਯੋਜਨ ਵੀ ਪੂਰਾ ਨਹੀਂ ਹੁੰਦਾ ਜਿਸ ਕਾਰਨ ਅਗੜੇ ਅਤੇ ਪਛੜੇ 'ਚ ਸੰਘਰਸ਼ ਵੱਧ ਜਾਂਦਾ ਹੈ। ਡੰਡੀ ਕਈ ਵਾਰ ਇਹ ਖੱਬੇ ਪੱਖੀ ਅਤੇ ਦੱਖਣ ਪੰਥੀ ਧਰਾਵਾਂ ਦਰਮਿਆਨ ਸੰਘਰਸ਼ ਕਾਰਨ ਹੋਰ ਵੀ ਗੰਭੀਰ ਹੋ ਜਾਂਦਾ ਹੈ। ਡੰਡੀ ਸਾਡੇ ਨੇਤਾ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਦੀਆਂ ਸਹੁੰ ਖਾਂਦੇ ਰਹਿੰਦੇ ਹਨ ਪਰ ਰਿਜ਼ਰਵੇਸ਼ਨ ਸੰਬੰਧੀ ਉਹ ਉਹਨਾਂ ਦੇ ਸ਼ਬਦਾਂ ਨੂੰ ਭੁੱਲ ਜਾਂਦੇ ਹਨ। ਡੰਡੀ ਉਹਨਾਂ ਕਿਹਾ ਸੀ
ਜੇ ਤੁਸੀਂ ਚਾਹੁੰਦੇ ਹੋ ਕਿ ਸਮਾਜ ਦੇ ਵੱਖ-ਵੱਖ ਭਾਈਚਾਰੇ ਇੱਕ ਮੁੱਠ ਹੋਣ ਤਾਂ ਰਿਜ਼ਰਵੇਸ਼ਨ ਨੂੰ ਖਤਮ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਹ ਵਿਕਾਸ 'ਚ ਰੁਕਾਵਟ ਬਣ ਗਈ ਹੈ। ਡੰਡੀ ਉਸਾਰੂ ਉਪਾਵਾਂ ਨੂੰ ਇਸ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਨਾਲ ਨਾ ਤਾਂ ਯੋਗਤਾ ਵੱਲ ਵਧਣ ਲਈ ਉਤਸ਼ਾਹ ਖਤਮ ਹੋਵੇ ਅਤੇ ਨਾ ਹੀ ਹੇਠਲੇਪਨ ਨੂੰ ਲਾਗੂ ਕੀਤਾ ਜਾਵੇ ਅਤੇ ਦੋਹਾਂ ਹੀ ਮਾਮਲਿਆਂ 'ਚ ਰਿਜ਼ਰਵੇਸ਼ਨ ਫੇਲ ਰਹੀ ਹੈ। ਡੰਡੀ ਸਾਡੇ ਆਗੂਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਰਿਜ਼ਰਵੇਸ਼ਨ ਦੇ ਸਭ ਪਾਸੇ ਚੱਲਣ ਕਾਰਨ ਯੋਗਤਾ ਅਤੇ ਪੈਮਾਨਿਆਂ ਦੀ ਬੇਧਿਆਨੀ ਹੋਵੇਗੀ ਅਤੇ ਜੇ ਕੋਈ ਦੇਸ਼ ਅੱਗੇ ਵਧਣਾ ਚਾਹੁੰਦਾ ਹੈ ਤਾਂ ਉਸ ਲਈ ਇਹ ਦੋਵੇਂ ਗੱਲਾਂ ਜ਼ਰੂਰੀ ਹਨ। ਡੰਡੀ ਸਮਾਂ ਆ ਗਿਆ ਹੈ ਕਿ ਪੂਰੀ ਰਿਜ਼ਰਵੇਸ਼ਨ ਨੀਤੀ 'ਤੇ ਮੁੜ ਵਿਚਾਰ ਕੀਤੀ ਜਾਵੇ ਅਤੇ ਅੱਖਾਂ ਬੰਦ ਕਰਕੇ ਉਸ ਨੂੰ ਲਾਗੂ ਨਾ ਕੀਤਾ ਜਾਵੇ। ਡੰਡੀ ਜੇ ਇੰਜ ਨਾ ਹੋਇਆ ਤਾਂ ਸਾਨੂੰ ਇੱਕ ਔਸਤ ਦਰਜੇ ਦਾ ਦੇਸ਼ ਬਣਨ ਲਈ ਤਿਆਰ ਰਹਿਣਾ ਚਾਹੀਦਾ ਹੈ। ਡੰਡੀ